बिस्मिल्लाहिर्रहमानिर्रहीम FM 99.4 ਦੇ ਇਸ ਵੇੜੇ ਦੀ ਛਾਂ ਲੈ ਕੇ ਮੈਂ ਤੁਹਾਡੀ ਮੇਜ਼ਬਾਨ ਮੁਸਰਤ ਫਾਤਮਾ ਹਾਜ਼ਰ ਹਾਂ ਤੇ ਸ਼ੁਰੂ ਉਸ ਰੱਬੇ ਕਰੀਮ ਦੇ ਨਾਂ ਨਾਲ ਜਿਹੜਾ ਮਾਲਿਕੇ ਕੌਨੋ ਮਕਾਨ ਹੈ, ਕਰੀਮ ਹੈ ਤੇ ਗਫੂਰ ਰਹੀਮ ਹੈ, ਰਹਿਮਾਨ ਹੈ, ਮਹਿਰਬਾਨ ਹੈ, ਜਿਹੜਾ ਸੂਰਜ ਤੇ ਰੋਸ਼ਨੀ, ਚੰਦ ਤੇ ਚਾਨਣੀ ਤੇ ਤਾਰਿਆਂ ਦਾ ਰੱਬ ਹੈ, ਜਿਹੜਾ ਤਿਤਲੀ, ਫੁੱਲ, ਜੁਗਨੂ ਤੇ ਭੰਵਰੇ ਦਾ ਰੱਬ ਹੈ, ਜਿਹੜਾ ਮੇਰਾ ਰੱਬ ਹੈ, ਜਿਹੜਾ ਤੁਹਾਡਾ ਰੱਬ ਹੈ। ਤੇ ਦੁਆ ਹੈ ਉਸ ਰੱਬੇ ਕਰੀਮ ਤੋਂ ਕਿ ਤੁਸੀਂ ਜਿੱਥੇ ਵੀ ਹੋਵੋ ਅਮਨ, ਸਕੂਨ ਤੇ ਸਲਾਮਤੀ ਨਾਲ ਰਹੋ। ਅੱਜ 23 ਮਾਰਚ 2023 ਤੇ ਚੇਤਰ ਦੀ 10 ਤਾਰੀਖ ਹੈ। ਅੱਜ ਦਾ ਦਿਨ ਆਪਣੀ ਅਹਿਮੀਅਤ ਦੇ ਨਾਲ ਬਹੁਤ ਅਹਿਮ ਹੈ। ਅੱਜ ਤੋਂ 83 ਵਰੇ ਪਹਿਲੇ ਇਸੇ ਦਿਨ ਬਰੇ ਸਗੀਰ ਦੇ ਮੁਸਲਮਾਨਾਂ ਨੇ ਆਪਣੀ ਪਹਿਚਾਨ ਲਈ ਤੇ ਆਪਣੇ ਲਈ ਇੱਕ ਅਲੱਗਾ ਵਤਨ ਦੇ ਹਸੂਲ ਲਈ ਇੱਕ ਕਰਾਰਦਾਦ ਮਨਜ਼ੂਰ ਕੀਤੀ, ਜਿਹਨੂੰ ਤਾਰੀਖ ਕਰਾਰਦਾਦੇ ਪਾਕਿਸਤਾਨ ਦੇ ਨਾਂ ਨਾਲ ਯਾਦ ਕਰਦੀ ਹੈ। ਤੇ ਸ਼ੁਕਰ ਉਸ ਰੱਬੇ ਕਰੀਮ ਦਾ ਜਿਸ ਸਾਨੂੰ ਆਜ਼ਾਦੀ ਦੀਆਂ ਇਹ ਰੋਸ਼ਨ ਸੁਬਹਾਂ ਤੇ ਰਾਤਾਂ ਤੇ ਇਹ ਆਜ਼ਾਦ ਘੜੀਆਂ ਸਾਨੂੰ ਨਸੀਬ ਕੀਤੀਆਂ। ਅਸੀਂ ਜਿਤਨਾ ਵੀ ਸ਼ੁਕਰ ਅਦਾ ਕਰੀਏ ਇਹ ਕੰਮ ਹੈ। ਅੱਜ ਦੇ ਇਸ ਪ੍ਰੋਗਰਾਮ ਛਾਂ ਦੀ ਇੱਕ ਖਾਸ ਗੱਲ ਇਹ ਹੈ ਕਿ ਅੱਜ ਅਸੀਂ ਆਪਣੇ ਇਸ ਵਿਹੜੇ ਦੇ ਅੰਦਰ ਦਾਵਤ ਦਿੱਤੀ ਹੈ ਆਪਣੀ ਦੋ ਮਨੀਆਂ ਪਰਮਨੀਆਂ ਪਰੋਣੀਆਂ ਨੂੰ। ਮਹਿਮਾਨ ਨੇ ਸਾਡੀਆਂ ਮਿਸਿਸ ਰੂਬੀਨਾ ਸਦੀਕ, ਤੁਸੀਂ ਸਰਬਰਾਹ ਹੋ ਸ਼ੋਬਾ ਤਾਰੀਖ ਦੇ ਰਾਵਲਪਿੰਡੀ ਵਿਮਨ ਯੂਨੀਵਰਸਿਟੀ ਵਿੱਚ। ਜੀ ਆਇਆਂ ਨੂੰ ਆਖਦੀਆਂ ਆਪਣੇ ਇਸ ਵਿਹੜੇ 'ਚ। ਮਿਸਿਸ ਰੂਬੀਨਾ ਸਦੀਕ ਦਾ ਤਾਲੁਕ ਤਾਰੀਖ ਦੇ ਸ਼ੋਬੇ ਨਾਲ ਹੈ। ਅਸੀਂ ਗੱਲਬਾਤ ਕਰਾਂਗੇ ਕਰਾਰਦਾਦੇ ਪਾਕਿਸਤਾਨ 'ਤੇ ਜਿਹੜੀ 23 ਮਾਰਚ ਨੂੰ ਮਨਜ਼ੂਰ ਹੋਈ। ਤੇ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ, ਸਾਡੇ ਨਾਲ ਆਪਣੀ ਰਾਏ ਇਸ 'ਤੇ ਦੇ ਸਕਦੇ ਹੋ। ਸਾਡਾ WhatsApp ਨੰਬਰ ਹੈ 05192911521 ਤੇ ਸਾਡਾ ਆਫ ਏਅਰ ਕਾਲ ਨੰਬਰ ਹੈ 05192911520। ਤੇ ਆਓ ਹੁਣ ਸੁਣਦੇ ਹਾਂ ਇਸ ਵਤਨ ਨਾਲ ਇੱਕ ਮੁਹੱਬਤ ਭਰਿਆ ਗੀਤ ਤੇ ਮੁੜ ਕੇ ਵਾਪਸ ਆਉਂਦੇ ਹਾਂ। FM 99.4 ਦੇ ਇਸ ਵੇੜੇ 'ਚ ਅਸੀਂ ਵਾਪਸ ਆ ਗਏ ਤੇ ਮੈਂ ਜੀ ਆਇਆਂ ਨੂੰ ਆਖਦੀ ਹਾਂ ਸਾਰੇ ਸੁਣਨ ਵਾਲਿਆਂ ਨੂੰ। ਮੈਂ ਦੱਸਦੀ ਚੱਲਾਂ ਕਿ ਅੱਜ 23 ਮਾਰਚ ਯੌਮੇ ਪਾਕਿਸਤਾਨ ਦੇ ਹਵਾਲੇ ਨਾਲ ਅਸਾਂ ਖਸੂਸੀ ਨਸ਼ਰੀਆਤ ਦਾ ਇਤਮਾਮ ਕੀਤੇ ਆ ਤੇ ਛਾਂ ਪ੍ਰੋਗਰਾਮ ਵਿੱਚ ਅੱਜ ਸਾਡੇ ਦੋ ਪ੍ਰਾਹੁਣੀਆਂ ਜਿਹੜੀਆਂ ਇੰਤਹਾਈ ਕਾਬਲੇ ਇਤਰਾਮ ਸਾਡੇ ਨਾਲ ਤਸ਼ਰੀਫ ਰੱਖਦੀਆਂ ਹਨ। ਮਿਸਿਸ ਰੂਬੀਨਾ ਸਦੀਕ ਹਨ, ਮਾਹਿਰਨ ਤਾਰੀਖ ਦੇ ਉਸਤਾਦ ਹਨ ਤੇ ਸਰਬਰਾਨ ਸ਼ੋਬਾ ਤਾਰੀਖ ਰਾਵਲਪਿੰਡੀ ਵਿਮਨ ਯੂਨੀਵਰਸਿਟੀ 'ਚ। ਮੈਂ ਤੁਹਾਨੂੰ ਖੁਸ਼ ਆਮਦੀਦ ਕਹਿੰਦੀ ਹਾਂ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ ਮੇਰੇ ਵੱਲੋਂ ਡਾਕਟਰ ਮੁਸਰਤ ਰਿਆਜ਼ ਤੁਹਾਡੀ ਤੇ FM ਪੰਜਾਬ ਰੰਗ ਦੀ ਪੂਰੀ ਟੀਮ ਦੀ ਕਿ ਅੱਜ ਦੇ ਇਸ ਖਾਸ ਦਿਹਾੜੇ ਤੇ ਤੁਸੀਂ ਮੈਨੂੰ ਸੱਦਿਆ। ਪਾਕਿਸਤਾਨ ਦੀ ਤਾਰੀਖ ਵਿੱਚ ਬਹੁਤ ਹੀ ਜ਼ਿਆਦਾ ਇਸ ਦਿਨ ਦਾ ਖਾਸ ਅਹਿਮੀਅਤ ਹੈ। ਤੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਵੀ ਦੱਸਦੀ ਚਲਾਂ ਕਿ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਪਾਕਿਸਤਾਨ ਤੇ ਗੱਲ ਕਰ ਸਕਦੇ ਹੋ, ਤੁਸੀਂ ਇਸ ਖਾਸ ਦਿਨ ਦੇ ਹਵਾਲੇ ਨਾਲ ਗੱਲ ਕਰ ਸਕਦੇ ਹੋ। ਸਾਡਾ WhatsApp ਨੰਬਰ 05192911521 ਤੇ ਸਾਡਾ ਆਫ ਏਅਰ ਕਾਲ ਨੰਬਰ 05192911520 ਹੈ। ਤੇ ਇਸ ਵੇੜੇ 'ਚ ਮੌਜੂਦ ਨੇ ਮਿਸਿਸ ਰੂਬੀਨਾ ਸਦੀਕ ਜਿਹੜੇ ਸਰਬਰਾਹ ਨੇ ਸ਼ੋਬਾ ਤਾਰੀਖ ਦੇ। ਤਾਰੀਖ ਤੁਹਾਡਾ ਆਪਣਾ ਇੱਕ ਸਪੈਸ਼ਲ ਮਜ਼ਮੂਨ ਹੈ ਤੇ ਅੱਜ ਦੇ ਇਸ ਦਿਨ ਦੇ ਹਵਾਲੇ ਨਾਲ ਵੀ ਅਸੀਂ ਤੁਹਾਨੂੰ ਮਦੂ ਇਸੇ ਵਜ੍ਹਾ ਨਾਲ ਕੀਤਾ ਕਿ ਤੁਸੀਂ ਇਸ ਦੇ ਪਸੇ ਮੰਜ਼ਰ ਤੇ ਸਾਡੇ ਨਾਲ ਗੱਲ ਕਰੋ। ਤੇ ਰੂਬੀਨਾ ਸਾਹਿਬਾ, ਮੈਨੂੰ ਇਹ ਦੱਸੋ ਕਿ ਜਿਹੜੀ ਕਰਾਰਦਾਦੇ ਪਾਕਿਸਤਾਨ ਹੈ, ਜ਼ਾਹਿਰ ਹੈ ਤੁਹਾਡਾ ਇਹ ਸਬਜੈਕਟ ਹੈ ਤੇ ਕਰਾਰਦਾਦੇ ਪਾਕਿਸਤਾਨ ਦਾ ਇੱਕ ਖਾਸ ਜਿਹੜਾ ਪਸੇ ਮੰਜ਼ਰ ਹੈ ਉਹ ਤੁਸੀਂ ਸਾਡੇ ਸੁਣਨ ਵਾਲਿਆਂ ਨਾਲ ਤੁਸੀਂ ਉਸ ਤੇ ਰੋਸ਼ਨੀ ਪਾਓ। ਜੀ ਬਿਲਕੁਲ। ਕਰਾਰਦਾਦੇ ਪਾਕਿਸਤਾਨ ਇੱਕ ਲਫ਼ਜ਼ ਨਹੀਂ, ਇਹ ਬਹੁਤ ਵਰਿਆਂ ਦੀ ਜਦੋਜਹਿਦ ਦਾ ਨਾਂ ਹੈ ਤੇ ਬੜੀਆਂ ਕੁਰਬਾਨੀਆਂ ਦਾ ਨਾਂ ਹੈ। ਤੇ ਸਾਡੇ ਜਿਹੜੇ ਸਿਆਸੀ ਰਹਿਨੁਮਾ ਸਨ, ਜਦੋਂ ਦਾ ਸਾਡੀ ਆਜ਼ਾਦੀ ਖਤਮ ਹੋਈ ਤੇ ਅਸੀਂ ਗੁਲਾਮੀ ਵੀ ਚਲੇ ਗਏ ਸੀ, ਉਦੋਂ ਤੋਂ ਸਾਡੇ ਜਿਹੜੇ ਰਹਿਨੁਮਾ ਸਨ, ਸਾਡੇ ਜਿਹੜੇ ਲੋਕ ਸਨ, ਉਹਨਾਂ ਦੇ ਦਿਲ ਵਿੱਚ ਇੱਕ ਸਮਝੋ ਕਿ ਇੱਕ ਤਕਲੀਫ ਦੇ ਚੀਜ਼ ਸੀ ਕਿ ਸਾਨੂੰ ਪਤਾ ਹੈ ਕਿ ਆਜ਼ਾਦੀ ਕਿੰਨੀ ਵੱਡੀ ਨਿਮਤ ਹੈ। ਉਸ ਤੋਂ ਮਹਿਰੂਮੀ ਜਿਹੜੀ ਸੀ ਤੇ ਫਿਰ ਮੁਖਤਲਿਫ ਇਸ ਤਰ੍ਹਾਂ ਦੇ ਵਾਕਿਆਤ ਇਹਨਾਂ ਵਰਿਆਂ 'ਚ ਹੁੰਦੇ ਰਹੇ ਕਿ ਜਿਨ੍ਹਾਂ ਨੇ ਸਾਡੇ ਲੋਕਾਂ ਦੀਆਂ ਅੱਖਾਂ ਖੋਲੀਆਂ ਤੇ ਉਹਨਾਂ ਨੂੰ ਅਹਿਸਾਸ ਦਿਲਾਇਆ ਕਿ ਅਸੀਂ ਇਹ ਆਪਣੀ ਆਜ਼ਾਦੀ ਜਿਹੜੀ ਹੈ ਅਸੀਂ ਦੁਬਾਰਾ ਹਾਸਿਲ ਕਰਨੀ ਹੈ। ਤੇ ਕਰਾਰਦਾਦੇ ਪਾਕਿਸਤਾਨ ਜਿਹੜਾ ਇੱਕ ਦਿਨ ਨੇ, ਉਹਨੂੰ ਅਸੀਂ ਇੱਕ ਦਿਨ ਤੇ ਮਖਸੂਸ ਨਹੀਂ ਕਰ ਸਕਦੇ। ਮੈਂ ਫਿਰ ਕਵਾਂਗੀ ਕਿ ਆਪਣੇ ਹਕੂਕ ਦੀ ਜਦੋਜਹਿਦ ਸੀ ਜਿਹੜੀ 1857 ਤੋਂ ਸ਼ੁਰੂ ਹੋ ਗਈ। ਬਿਲਕੁਲ ਸਹੀ। ਮੁਖਤਲਿਫ ਰੰਗਾਂ, ਮੁਖਤਲਿਫ ਰੂਪਾਂ 'ਚ ਮੁਖਤਲਿਫ ਲੋਕ ਤੇ ਇਸ ਨੂੰ ਲੈ ਕੇ ਉਹਨਾਂ ਨੇ ਇਹਨੂੰ ਵਧਾਵਾ ਦਿੱਤਾ, ਅੱਗੇ ਲੈ ਕੇ ਚੱਲਦੇ ਰਹੇ ਤੇ ਬੜੇ ਇਸ ਵਿੱਚ ਮਰਹਲੇ ਆਏ, ਬੜੇ ਤਕਲੀਫ ਦੇ ਮਰਹਲੇ ਆਏ
ਤੇ ਜਿਨ੍ਹਾਂ ਨੇ ਅਸੀਂ ਜਦੋਂ ਬਿਆਨ ਕਰਦੇ ਆ, ਔਰ ਖਾਸ ਤੌਰ ਤੇ FM ਪੰਜਾਬ ਰੰਗ ਦੀ ਬੜੀ ਅੱਛੀ ਕਾਵਿਸ਼ ਹੈ ਕਿ ਸਾਡੀ ਨਵੀਂ ਨਸਲ ਤੱਕ ਇਹ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ ਨੇ ਕਿ ਕਿਸ ਤਰ੍ਹਾਂ ਦੇ ਜਿਹੜੇ ਸਨ ਤਕਲੀਫਾਂ ਸਾਡੇ ਵੱਡਿਆਂ ਨੇ ਕੱਟੀਆਂ, ਤੇ ਅੱਜ ਅਸੀਂ ਆਜ਼ਾਦੀ ਦਾ ਸੂਰਜ ਵੇਖ ਰਹੇ ਹਾਂ ਕਿ ਅੱਜ ਅਸੀਂ ਬੈਠੇ ਹੋਏ ਹਾਂ ਇੱਥੇ ਤੇ ਆਪਣੀਆਂ ਗੱਲਾਂ ਬਾਤਾਂ ਕਰ ਸਕਦੇ ਹਾਂ ਤੇ ਆਪਣੇ ਪਾਕਿਸਤਾਨ ਦਾ ਨਾਂ ਰੋਸ਼ਨ ਕਰ ਸਕਦੇ ਹਾਂ। ਤੇ ਹਕੂਕ ਦੀ ਜੰਗ ਸੀ ਇਹ ਸਾਰੀ ਦੀ ਸਾਰੀ, ਤੇ ਇਹ ਵੀ ਸੀ ਕਿ ਅੰਗਰੇਜ਼ ਜਿਹੜਾ ਸੀ ਉਹਨਾਂ ਨੇ ਇਹ ਕੋਸ਼ਿਸ਼ ਸੀ ਕਿ ਬਈ ਹਕੂਮਤ ਉਹਨਾਂ ਨੇ ਮੁਸਲਮਾਨਾਂ ਕੋਲੋਂ ਲਈ ਸੀ ਜੀ, ਤੇ ਕੋਸ਼ਿਸ਼ ਉਹਨਾਂ ਦੀ ਇਹ ਸੀ ਕਿ ਮੁਸਲਮਾਨਾਂ ਨੂੰ ਦਬਾ ਕੇ ਰੱਖੀਏ। ਤੇ ਦੂਜਾ ਜਿਹੜਾ ਨਾਲ ਇੱਕ ਹੋਰ ਜਿਹੜੀ ਕੌਮ ਸੀ, ਉਹ ਤੁਹਾਨੂੰ ਪਤਾ ਹੈ ਹਿੰਦੂ, ਤੇ ਹਿੰਦੂ ਇੰਤਹਾ ਪਸੰਦ ਹਿੰਦੂ, ਤੇ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਅਸੀਂ ਆਪਣਾ ਰਾਮ ਰਾਜ ਕਾਇਮ ਕਰੀਏ। ਤੇ ਇਹਦੀ ਵਜ੍ਹਾ ਇਹ ਸੀ ਕਿ ਉਹ ਅਕਸਰੀਅਤ ਵਿੱਚ ਸਨ ਤੇ ਮੁਸਲਮਾਨਾਂ ਦੀ ਤਾਦਾਦ ਜਿਹੜੀ ਸੀ ਉਹ ਘੱਟ ਸੀ, ਪਰ ਇਹ ਨਹੀਂ ਸੀ। ਫਿਰ ਸਾਡੇ ਜਿਹੜੇ ਮੁਖਤਲਿਫ ਰਹਿਨੁਮਾ ਸਨ ਉਹਨਾਂ ਨੇ ਇਹ ਦਿੱਤਾ ਲੋਕਾਂ ਨੂੰ ਇਸ ਗੱਲ ਦੀ ਸਮਝ ਬੂਝ ਦਿੱਤੀ ਕਿ ਅਸੀਂ ਅਕਲੀਅਤ ਨਹੀਂ ਹੈਗੇ, ਅਸੀਂ ਕੌਮ ਆ, ਸਾਡੀ ਇੱਕ ਪਹਿਚਾਣ ਹੈ, ਸਾਡੀ ਇੱਕ ਸ਼ਨਾਖਤ ਹੈ, ਤੇ ਉਹਦੀ ਬੁਨਿਆਦ ਕਲਮਾ ਤੌਹੀਦ ਹੈ। ਤੇ ਉਹਨੂੰ ਲੈ ਕੇ ਫਿਰ ਉਹ ਜਦੋਂ ਅੱਗੇ ਚੱਲੇ ਨੇ ਤੇ ਫਿਰ ਇਹ ਸਫ਼ਰ ਜਿਹੜਾ ਆਹਿਸਤਾ ਆਹਿਸਤਾ ਚੱਲਿਆ, ਤੇ ਇਹਦੇ ਵਿੱਚ ਬਹੁਤ ਸਾਰੇ ਤਕਲੀਫਾਂ ਜਿਹੜੀਆਂ ਮੁਸਲਮਾਨਾਂ ਨੇ ਕੱਟੀਆਂ ਨੇ ਉਹ ਮੈਂ ਮਰਹਲਾਵਾਰ ਤੁਹਾਨੂੰ ਉਹਦੀ ਤਫਸੀਲ ਫਿਰ ਦੱਸਾਂਗੀ। ਜੀ ਬਹੁਤ ਸ਼ੁਕਰੀਆ। ਬੜੀ ਅੱਛੇ ਤਰੀਕੇ ਨਾਲ ਤੁਸੀਂ ਰੂਬੀਨਾ ਇਹ ਦੱਸਿਆ ਕਿ ਇਹਦਾ ਜਿਹੜਾ ਇੱਕ ਤਾਰੀਖੀ ਤੇ ਸਿਆਸੀ ਪਸ ਮੰਜ਼ਰ ਹੈ, ਅਸੀਂ ਹੋਰ ਤਫਸੀਲਨ ਇਸ ਤੇ ਗੱਲ ਕਰਾਂਗੇ। ਤੇ ਤੁਸੀਂ ਬੜੀ ਚੰਗੀ ਗੱਲ ਕੀਤੀ ਕਿ ਬਜਾਏ ਇੱਕ ਕਰਾਰਦਾਦ ਤੇ ਇੱਕ ਅਲਾਮਤ ਹੈ ਉਸ ਕੌਮ ਨੂੰ ਸਾਹਮਣੇ ਲੈ ਕੇ ਆਉਣ ਦੀ, ਤੇ ਅਸਾਂ ਸਾਰਿਆਂ ਨੂੰ ਇੱਕ ਕੌਮ ਦੀ ਹੈਸੀਅਤ ਨਾਲ ਜੀ ਬਿਲਕੁਲ ਪੂਰਾ ਸਫ਼ਰ ਹੈ, ਇੱਕ ਦਿਨ ਜਿਹੜਾ ਉਹ ਮਿਹਨਤ ਨਾਲ ਗੁਜ਼ਾਰਿਆ ਗਿਆ, ਇੱਕ ਦਿਨ ਜਿਹੜਾ ਤਕਲੀਫਾਂ ਕੱਟੀਆਂ ਗਈਆਂ, ਤੇ ਰੱਬ ਕਰੀਮ ਦਾ ਬੜਾ ਸ਼ੁਕਰ ਹੈ ਕਿ ਉਹਨਾਂ ਨੇ ਸਾਨੂੰ ਇਕਬਾਲ ਜੇ ਕਾਇਦ ਲੀਡਰ ਦਿੱਤੇ ਆ, ਉਹਨਾਂ ਨੇ ਸਾਨੂੰ ਆਪਣੇ ਜੋਹਰ ਬਰਾਦਰਾਨ ਜੇ ਜਿਹੜੇ ਸਾਡੇ ਸਨ, ਤੇ ਫਿਰ ਇਹਦੇ ਵਿੱਚ ਖਵਾਤੀਨ ਦਾ ਵੀ ਬੜਾ ਕਿਰਦਾਰ ਹੈ ਕਿ ਉਹਨਾਂ ਨੇ ਬੜੀਆਂ ਕਾਬਿਸ਼ਾਂ ਕੀਤੀਆਂ। ਤੇ ਉਹਦੇ ਸਾਰਿਆਂ ਤੋਂ ਪਹਿਲੇ ਨਾਂ ਆਉਂਦਾ ਵੀ ਅੰਮਾ ਦਾ, ਜਿਹੜੀ ਜੋਹਰ ਬਰਾਦਰਾਨ ਦੀ ਵਾਲਦਾ ਸਨ, ਤੇ ਉਹ ਉਸ ਮਾਹੌਲ ਵਿੱਚ, ਉਸ ਦੇ ਮਾਹੌਲ ਵਿੱਚ ਜਿਸ ਤਰ੍ਹਾਂ ਉਹ ਨਿਕਲ ਕੇ ਆਏ, ਤੇ ਉਹਨਾਂ ਨੇ ਖਵਾਤੀਨ ਨੂੰ ਮਾਮਾ ਭੈਣਾਂ ਨੂੰ ਕਿਸ ਤਰ੍ਹਾਂ ਉਹ ਅੱਗੇ ਲੈ ਕੇ ਆਈਆਂ, ਤੇ ਉਹਨਾਂ ਨੂੰ ਅਹਿਸਾਸ ਦਿਲਾਇਆ ਕਿ ਘਰ ਬਹਿ ਕੇ ਆਜ਼ਾਦੀ ਨਹੀਂ ਮਿਲਣੀ, ਤੇ ਤੁਸੀਂ ਸਾਰੇ ਇਸ ਵਿੱਚ ਵੰਡ ਪਾਓਗੇ ਆਪਣੀ, ਤੇ ਇਹ ਅੱਗੇ ਤੋੜ ਚੜਨੀ ਹੈ, ਇਹਦੇ ਬਗੈਰ ਜਿਹੜਾ ਇਹ ਕੰਮ ਨਹੀਂ ਚੱਲਣਾ। ਬਿਲਕੁਲ ਤੁਸੀਂ ਸਹੀ ਕਿਹਾ। ਇਹ ਜਿਤਨੀ ਵੀ ਅੱਜ ਅਸੀਂ ਇੱਕ ਆਜ਼ਾਦ ਫਿਜ਼ਾ 'ਚ ਸਾਂਸ ਲੈ ਰਹੇ ਹਾਂ, ਸਾਡੇ ਕੋਲ ਇਹ ਆਜ਼ਾਦੀ ਦੀਆਂ ਨਿਯਮਤਾਂ, ਇਹ ਸਾਡੇ ਕਾਇਦੀਨ, ਸਾਡੇ ਕਾਬਰੀਨ, ਜਿਤਨੇ ਵੀ ਸਾਡੇ ਰਹਿਨੁਮਾ ਹੈ, ਉਹਨਾਂ ਵਿੱਚ ਮਰਦ ਖਵਾਤੀਨ ਸਾਰਿਆਂ ਆਪਣਾ ਹਿੱਸਾ ਪਾਇਆ, ਔਰ ਇਹ ਹਿੱਸਾ ਇੱਕ ਆਜ਼ਾਦੀ ਦੀ ਸੁਬਹ ਦੀ ਸੂਰਤ ਵਿੱਚ ਸਾਡੇ ਕੋਲ ਇਹ ਮੌਜੂਦ ਹੈ। ਤੇ ਇਨਸ਼ਾਅੱਲਾ ਅਸੀਂ ਮਤਲਬ ਤੁਸੀਂ ਬੜੀ ਚੰਗੀ ਗੱਲ ਕੀਤੀ ਕਿ ਅਸਾਂ ਸਾਰਿਆਂ ਨੂੰ ਉਸ ਵਕਤ ਵੀ ਇੱਕ ਕੌਮ ਦੇ ਤਰੀਕੇ ਨਾਲ ਅਸੀਂ ਸਾਹਮਣੇ ਆਏ, ਔਰ ਹੁਣ ਵੀ ਇਹੀ ਲੋੜ ਹੈ ਕਿ ਅਸੀਂ ਇੱਕ ਕੌਮ ਬਣ ਕੇ ਆਪਣੀ ਜਿਤਨੀਆਂ ਵੀ ਚੀਜ਼ਾਂ, ਕੌਮੀ ਯਕਜਹਿਤੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਉਦੋਂ ਵੀ ਜ਼ਰੂਰਤ ਸੀ ਸਾਡੀ ਤੇ ਹੁਣ ਵੀ ਜ਼ਰੂਰਤ ਹੈ। ਤਾਂ ਦੇ ਵੀ ਜਿਹੜੇ ਕਾਇਦੀਨ ਸਨ ਉਹਨਾਂ ਨੇ ਸਾਰਿਆਂ ਨੂੰ ਇਕੱਠਾ ਕੀਤਾ, ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਤੇ ਸਾਰਿਆਂ ਤੋਂ ਵੱਡੀ ਗੱਲ ਸੀ ਕਿ ਉਹਨਾਂ ਨੇ ਪਹਿਚਾਣ ਲਿਆ ਕਿ ਹਿੰਦੂ ਦਾ ਮਕਸਦ ਕੀ ਹੈ, ਉਹ ਕਿਸ ਤਰ੍ਹਾਂ ਨਖੇੜ ਪਾ ਰਹੇ ਨੇ, ਅੰਗਰੇਜ਼ ਕਿਸ ਤਰ੍ਹਾਂ ਨਖੇੜ ਪਾ ਰਹੇ ਨੇ ਵਿੱਚ, ਕਿ ਇਹਨਾਂ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ, ਪਾਰਟੀਬਾਜ਼ੀ ਕੀਤੀ ਜਾਵੇ ਜਾਂ ਕੁਝ ਵੀ ਕੀਤਾ ਜਾਵੇ। ਲੇਕਿਨ ਇਹ ਵੇ ਕਿ ਮੈਂ ਫਿਰ ਕਹਾਂਗੀ ਕਿ ਰੱਬੇ ਕਰੀਮ ਦਾ ਸ਼ੁਕਰ ਹੈ ਕਿ ਸਾਨੂੰ ਜਿਨਾਹ ਜੇ ਕਾਇਦ ਮਿਲੇ, ਤੇ ਉਹਨਾਂ ਨੇ ਬੜੀ ਸੋਚ ਵਿਚਾਰ ਕਰਕੇ ਤੇ ਇਹ ਰਾਹ ਵਿਖਾਈ। ਤੇ ਸੈयद ਹਸਨ ਰਿਆਜ਼ ਇੱਕ ਮੰਨੇ ਪਰ ਮੰਨੇ ਲਿਖਾਰੀ ਨੇ, ਉਹਨਾਂ ਦੀ ਕਿਤਾਬ ਹੈ ਪਾਕਿਸਤਾਨ ਨਾਗੁਜ਼ੀਰ ਥਾ, ਉਹਨਾਂ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ ਕਾਇਦ ਆਜ਼ਮ ਦਾ ਇੰਟਰਵਿਊ ਕੀਤਾ ਸੀ ਇੱਕ ਵਾਰੀ, ਤੇ ਕਾਇਦ ਆਜ਼ਮ ਨੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੇ 1930 ਵਿੱਚ ਇਹ ਫੈਸਲਾ ਕਰ ਲਿਆ ਸੀ ਉਚੇਚੀ ਰਿਆਸਤ ਦਾ, ਇੱਕ ਉਚੇਚੀ ਮੁਸਲਿਮ ਰਿਆਸਤ ਦਾ, ਕਿ ਸਾਡੀ ਇੱਕ ਰਿਆਸਤ ਹੋਵੇ। ਪਰ ਇਹ ਵੀ ਗੱਲ ਹੈ ਕਿ ਜਿਨ੍ਹਾਂ ਦਾ ਤਰੀਕਾ ਇਹ ਸੀ ਕਿ ਉਹ ਉਸ ਵੇਲੇ ਤੱਕ ਆਪ ਗੱਲ ਨਹੀਂ ਕਰਦੇ ਸਨ, ਕਿ ਜਦੋਂ ਤੱਕ ਲੋਕਾਂ ਉਹਨਾਂ ਦਾ ਕੰਮ ਸੀ ਜ਼ਹਿਨ ਸਾਜ਼ੀ ਕਰਨਾ। ਸਾਡੇ ਕਾਇਦੀਨ ਦੀ ਇਹ ਬੜੀ ਮਿਹਰਬਾਨੀ ਹੈ ਕਿ ਉਹਨਾਂ ਆਵਾਮ ਦੀ ਜ਼ਹਿਨ ਸਾਜ਼ੀ ਕੀਤੀ, ਆਹਿਸਤਾ ਆਹਿਸਤਾ ਉਹਨਾਂ ਨੂੰ ਇਸ ਤਰਫ ਲੈ ਕੇ ਆਏ, ਤੇ ਫਿਰ ਜਿਸ ਵੇਲੇ ਇਹ ਨਾਰਾ ਲੋਕਾਂ ਦੀ ਜ਼ੁਬਾਨ ਤੇ ਆਇਆ, ਤੇ ਫਿਰ ਜਾ ਕੇ ਕਰਾਰਦਾਦ ਜਿਹੜੀ ਹੈ, ਕਰਾਰਦਾਦੇ ਪਾਕਿਸਤਾਨ ਜਿਹੜੀ ਹੈ, ਇਹਨੂੰ ਅਸੀਂ ਇੱਕ, ਬਲਕਿ ਮੈਂ ਤੁਹਾਨੂੰ ਦੱਸਾਂ ਕਿ
ਮੁਸਲਿਮ ਅਖਬਾਰ ਜਿਹੜੇ ਸਨ, ਜਦੋਂ ਇਹ ਕਰਾਰਦਾਦ ਪੇਸ਼ ਹੋਈ ਤੇ ਉਹਨਾਂ ਨੇ ਇਹਨੂੰ ਕਰਾਰਦਾਦੇ ਲਾਹੌਰ ਲਿਖਿਆ, ਤੇ ਅਗਲੇ ਦਿਨ ਜਿਹੜੇ ਹਿੰਦੂ ਅਖਬਾਰ ਸਨ ਉਹਨਾਂ ਨੇ ਕਿਹਾ ਕਿ ਇਹ ਤੇ ਅਪੜ ਗਏ ਕਰਾਰਦਾਦੇ ਪਾਕਿਸਤਾਨ ਤੱਕ, ਤੇ ਇਹਨਾਂ ਨੇ ਫਿਰ ਕਿਹਾ, ਮੁਸਲਮਾਨਾਂ ਨੇ ਕਿਹਾ, ਮੁਸਲਿਮ ਲੀਗ ਨੇ ਕਿਹਾ ਤੇ ਸਾਡਾ ਤੇ ਫਖਰ ਹੈ, ਅਗਰ ਇੰਜ ਸੀ ਤੇ ਫਿਰ ਇੰਜ ਹੀ ਸਹੀ ਕਰਾਰਦਾਦੇ ਪਾਕਿਸਤਾਨ, ਤੇ ਅਸੀਂ ਇਹਨੂੰ ਔਨ ਕੀਤਾ, ਅਪਣਾਇਆ ਸੀ ਇਹਨਾਂ ਨੂੰ। ਤੇ ਲੇਕਿਨ ਇਹ ਵੀ ਕਿ ਇਹਦੇ ਪਿੱਛੇ ਦੁੱਖ ਦੀਆਂ ਕਹਾਣੀਆਂ ਬੜੀਆਂ ਨੇ, ਬੜਾ ਲਹੂ ਪਿਆ ਜੀ। ਪੰਜਾਬ ਦੀਆਂ ਗਲੀਆਂ ਹੋਣ, ਸਿੰਧ ਦੀਆਂ ਗਲੀਆਂ ਹੋਣ, ਸਰਹੱਦ ਦੀਆਂ ਗਲੀਆਂ ਹੋਣ, ਬੰਗਾਲ ਦੀਆਂ ਗਲੀਆਂ ਹੋਣ, ਆਜ਼ਾਦੀ ਕੁਰਬਾਨੀ ਮੰਗਦੀ ਹੈ ਨਾ, ਕੁਰਬਾਨੀ, ਬਹੁਤ ਕੁਰਬਾਨੀਆਂ ਦਿੱਤੀਆਂ ਗਈਆਂ ਤੇ ਬਹੁਤ ਲਹੂ ਦਿੱਤਾ ਗਿਆ, ਬਹੁਤ ਜਾਨਾਂ ਦਿੱਤੀਆਂ ਗਈਆਂ, ਤੇ ਸਿਰਫ ਇੱਕ ਲਫ਼ਜ਼ ਬੋਲਣਾ ਜਿਹੜਾ ਵੇ ਅੱਜ ਦਾ, ਇਹਦੇ ਪਿੱਛੇ ਉਹਨਾਂ ਸ਼ਹੀਦਾਂ ਦੀ ਜਿਹੜੀ ਕੁਰਬਾਨੀ ਹੈ, ਉਹਨਾਂ ਦੀ ਬੜੀਆਂ ਅਜ਼ੀਮ ਕੁਰਬਾਨੀਆਂ ਨੇ। ਬੇਸ਼ੱਕ। और आज़ादी दे इस खूबसूरत कड़ियां विच मैं सारे अपने अकाबरीना जिहड़े तहरीके पाकिस्तान विच रहे, जिहड़े करारदादे पाकिस्तान दा हिस्सा, जिन्हां ये मतन लिखिया, जिन्हां इस ते गौर फिक्र कीता, हर उस रूह नूं, हर उस फर्द नूं जिहड़ा क़यामे पाकिस्तान दी जिस ये काविश कीती, मैं उस नूं भी अज खिराजे तहसीन पेश करदी हां। ते कायदे आज़म मुहम्मद अली जिन्हां दा खास शुक्रिया, जिन्हां एक बिखरी हुई कौम नू एक ऐसा प्लेटफॉर्म दिता कि वो आज़ादी दी नेमत तू सरफराज होए और पाकिस्तान जे एक मुल्क नू साडी चोली च पाया। हुण ये साडा फर्ज है कि असी इस नेमत नू संभाल के रखिए। ते अज तुसी सुन रहे हो 23 मार्च दी खसूसी ट्रांसमिशन FM 99.4 तो, ते आओ सुनदे हां एक खूबसूरत मिली नगमा ते मुड़ के वापस आंदे। FM 99.4 ਦੇ ਇਸ ਵੇਲੇ ਦੀ ਛਾਂ ਲੈ ਕੇ ਮੈਂ ਤੁਹਾਡੇ ਕੋਲ ਮੁਸਰਤ ਫਾਤਮਾ ਦੁਬਾਰਾ ਹਾਜ਼ਰ ਹਾਂ। ਮੈਂ ਤੁਸੀਂ ਸਾਰਿਆਂ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਆਖਦੀ ਹਾਂ। ਅੱਜ 23 ਮਾਰਚ ਯੌਮ ਪਾਕਿਸਤਾਨ ਦੇ ਹਵਾਲੇ ਨਾਲ ਇਸ ਵੇਲੇ ਦੇ ਅੰਦਰ ਖਸੂਸੀ ਨਸ਼ਰੀਆਤ ਦਾ ਇਹਤਮਾਮ ਕੀਤਾ ਗਿਆ, ਤੇ ਸਾਡੀ ਅੱਜ ਦੀ ਜਿਹੜੀ ਪ੍ਰਾਹੁਣੀ ਨੇ ਮਿਸਿਸ ਰੂਬੀਨਾ ਸਦੀਕ, ਤੁਹਾਡਾ ਤਾਲੁਕ ਸ਼ੋਬਾ ਤਾਰੀਖ ਨਾਲ ਹੈ, ਤੇ ਸਾਡੇ ਨਾਲ ਰਹੋ, ਤੁਸੀਂ ਵੀ ਸਾਂਝ ਪਾਓ ਸਾਡੇ ਨਾਲ। ਸਾਡਾ WhatsApp ਨੰਬਰ 05192911521, ਸਾਡਾ ਆਫ 에ਅਰ ਕਾਲ ਨੰਬਰ 05192911520, ਤੇ ਅਸੀਂ ਗੱਲ ਕਰ ਰਹੇ ਹਾਂ ਅੱਜ ਕਰਾਰਦਾਦੇ ਪਾਕਿਸਤਾਨ ਤੇ ਮੈਂ ਵਾਪਸ ਚਲਾਂਗੀ ਮੈਡਮ ਰੂਬੀਨਾ ਸਦੀਕ ਵਾਲੇ ਵੱਲ। ਅਸੀਂ ਗੱਲ ਕਰ ਰਹੇ ਹਾਂ ਮੈਡਮ ਕਰਾਰਦਾਦੇ ਪਾਕਿਸਤਾਨ ਤੇ ਸਾਡੀ ਗੱਲ ਹੋਈ ਬੜੀ ਤਫਸੀਲਨ, ਤੁਸੀਂ ਉਹਦਾ ਸਕਾਫਤੀ, ਸਿਆਸੀ ਤੇ ਜਿਤਨੇ ਬਾਕੀ ਪਹਿਲੂ ਹੈ ਉਹਨਾਂ ਨੂੰ ਬੜੀ ਅੱਛੇ ਤਰੀਕੇ ਨਾਲ ਨੁਮਾਇਆ ਕੀਤਾ। ਤੁਸੀਂ ਜ਼ਰਾ ਇਸ ਤੇ ਰੋਸ਼ਨੀ ਪਾਓ ਕਿ ਅਸੀਂ ਕਹਿੰਦੇ ਹਾਂ ਕਿ ਇਹ ਜਿਹੜੀ ਪਾਕਿਸਤਾਨ ਹੈ ਜਾਂ ਜਿਹੜੀ ਕਰਾਰਦਾਦੇ ਪਾਕਿਸਤਾਨ ਦਾ ਇੱਕ ਆਗਾਜ਼ ਅਸੀਂ ਲੈਂਦੇ ਹਾਂ, ਅਸੀਂ ਕਹਿੰਦੇ ਹਾਂ ਕਿ ਇਲਾਮਾ ਇਕਬਾਲ ਦੇ ਖਾਬ ਦੀ ਤਾਬੀਰ ਹੈ, ਤੇ ਮੈਂ ਇਹ ਚਾਹਾਂਗੀ ਕਿ ਤੁਸੀਂ ਅੱਜ ਅਸੀਂ ਸਾਡੇ ਸੁਣਨ ਵਾਲਿਆਂ ਨੂੰ ਇਲਾਮਾ ਇਕਬਾਲ ਦੇ ਇਸ ਖਾਬ ਦੀ ਤਾਬੀਰ ਦੇ ਹਵਾਲੇ ਨਾਲ ਗੱਲ ਕਰੋ, ਤੇ ਜਿਹੜੇ ਬਾਕੀ ਵੀ ਅਕਾਬਰੀਨ ਹਨ ਉਹਨਾਂ ਦੇ ਹਵਾਲੇ ਨਾਲ ਵੀ ਸਾਨੂੰ ਦੱਸੋ। ਜੀ ਮਿਸਰ, ਤੁਸੀਂ ਬੜੀ ਚੰਗੀ ਗੱਲ ਕੀਤੀ। ਜਿਹੜੇ ਸ਼ਾਇਰ ਲੋਕ ਹੁੰਦੇ ਨੇ, ਇਹ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਹਸਾਸ ਤਬਕਾ ਵੇ ਸਾਡਾ, ਤੇ ਉਸ ਦੌਰ ਦੇ ਵਿੱਚ ਇਕਬਾਲ ਦੀ ਜਿਹੜੀ ਸ਼ਾਇਰੀ ਹੈ, ਤੁਸੀਂ ਇਹ ਸਮਝੋ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ, ਤੇ ਬੱਚਿਆਂ ਦੇ ਹੱਥ ਵਿੱਚ, ਵੱਡਿਆਂ ਨਿੱਕਿਆਂ ਦੇ ਹੱਥ ਵਿੱਚ ਮੋਬਾਈਲ ਫੜੇ ਹੁੰਦੇ ਨੇ, ਤੇ ਮੁਖਤਲਿਫ ਤਰ੍ਹਾਂ ਦੀਆਂ ਉਹ ਗੱਲਾਂ ਬਾਤਾਂ ਕਰ ਲੈਂਦੇ ਨੇ, ਵੇਖ ਲੈਂਦੇ ਨੇ, ਸੁਣ ਲੈਂਦੇ ਨੇ, ਤੇ ਨਾਲੇ ਮੁਖਤਲਿਫ ਸਿਆਸੀ ਪਾਰਟੀਆਂ ਆਪਣੇ ਪੈਗਾਮਾਤ ਜਿਹੜੇ ਨੇ ਉਹ ਇਸ ਮੀਡੀਆ ਨੂੰ ਇਸਤੇਮਾਲ ਕਰਕੇ ਤੇ ਪਹੁੰਚਾ ਦਿੰਦੇ ਨੇ। ਉਸ ਜ਼ਮਾਨੇ ਦਾ ਅਗਰ ਤੁਸੀਂ ਤਸੱਵਰ ਕਰੋ ਕਿ ਉਸ ਵੇਲੇ ਸਿਰਫ ਰੇਡੀਓ ਹੀ ਸੀ, ਜ਼ਿਆਦਾ ਜਿਹੜਾ ਆਮ ਬੰਦਾ ਸੀ ਉਹਦੇ ਕੋਲ ਰੇਡੀਓ ਸੀ, ਤੇ ਜਾਂ ਫਿਰ ਅੰਜਮਨ ਫੈਜ਼ੁਲ ਇਸਲਾਮ ਦਾ ਪਲੇਟਫਾਰਮ ਸੀ, ਮੁਖਤਲਿਫ ਪਲੇਟਫਾਰਮ ਸਨ ਜਿੱਥੇ ਸ਼ਾਇਰ ਆ ਕੇ ਆਪਣੀ ਸ਼ਾਇਰੀ ਕਰਦੇ ਸਨ, ਤੇ ਸ਼ਾਇਰਾਂ ਦਾ ਅੱਜ ਕੱਲ੍ਹ ਵੀ ਬਹੁਤ ਵੱਡਾ ਦਰਜਾ ਵੇ, ਬੜਾ ਹਿੱਸਾ ਹੁੰਦਾ ਹੈ ਕਿਸੇ ਵੀ ਕੌਮ ਦੀ ਤਾਰੀਖ ਬਣਾਉਣ ਵਿੱਚ, ਕਿਸੇ ਦੀ ਕੌਮ ਦੀ ਰਹਿਨੁਮਾਈ ਲਈ। ਬੇਸ਼ੱਕ। ਤੇ ਅਲਾਮਾ ਇਕਬਾਲ ਦਾ ਤੇ ਜਿਹੜਾ ਵੇ ਇਸ ਲਿਹਾਜ਼ ਨਾਲ ਅਸੀਂ ਵੇਖੀਏ ਤੇ ਬਹੁਤ ਵੱਡਾ ਉਹਨਾਂ ਦਾ ਹਿੱਸਾ ਵੇ ਕਿ ਨੌਜਵਾਨ ਤਬਕਾ ਜਿਹੜਾ ਸੀ ਉਹ ਕੁਝ ਹਿੰਦੂ ਵੱਲ ਵੇਖ ਕੇ, ਕਿ ਜਿਸ ਤਰ੍ਹਾਂ ਉਹਨਾਂ ਦੀਆਂ ਜਿਹੜੀਆਂ ਤਰੀਕਾਂ ਸਨ, ਸ਼ੁੱਧੀ ਸੀ, ਸੰਗਠਨ ਸੀ, ਸੁਰਾਜ ਤੇ ਮਹਾਸਭਾ, ਜਿਹੜੀਆਂ ਇੰਤਹਾ ਪਸੰਦ ਤਰੀਕਾਂ ਸਨ, ਉਹ ਮੁਸਲਮਾਨਾਂ ਨੂੰ ਜ਼ਬਰਦਸਤੀ ਹਿੰਦੂ ਕਰ ਰਹੀਆਂ ਸਨ, ਤੇ ਤਸ਼ੱਦਦ ਵੀ ਹੁੰਦਾ ਸੀ, ਫਿਰਕਾ ਵਾਰਾਨਾ ਫਸਾਦਾਤ ਵੀ ਹੁੰਦੇ ਸਨ, ਤੇ ਦੂਜੇ ਪਾਸੇ ਮੁਸਲਮਾਨ ਜਿਹੜੇ ਸਨ ਉਹਨਾਂ ਵਿੱਚ ਉਹ ਇਕੱਠ ਨਹੀਂ ਸੀ, ਮੁਸਲਮਾਨ ਲੀਡਰਾਂ ਵਿੱਚ ਵੀ ਇਕੱਠ ਨਹੀਂ ਸੀ। ਸਾਨੂੰ ਬਹੁਤ ਸਾਰੀਆਂ ਪਾਰਟੀਆਂ ਉਸ ਵੇਲੇ ਨਜ਼ਰ ਆਉਂਦੀਆਂ ਨੇ, ਪੰਜਾਬ ਵਿੱਚ ਵੇਖੋ ਤੁਸੀਂ, ਸਰਹੱਦ ਵਿੱਚ ਵੇਖੋ, ਸਿੰਧ ਵਿੱਚ ਵੇਖੋ, ਤੇ ਜਿਹੜਾ ਨੌਜਵਾਨ ਤਬਕਾ ਸੀ ਸਾਡਾ, ਨੌਜਵਾਨ ਸੀ, ਤੁਹਾਨੂੰ ਪਤਾ ਹੈ ਰੀੜ ਦੀ ਹੱਡੀ ਹੁੰਦੇ ਨੇ, ਇਹ ਜਿਹੜਾ ਮੋਢੀ ਸੀ ਸਾਡਾ, ਇਹ ਬੜਾ ਬੇਚੈਨ ਸੀ, ਤੇ ਇਹਨਾਂ ਦੇ ਅੰਦਰ ਮਾਯੂਸੀ ਪੈਦਾ ਹੋ ਰਹੀ ਸੀ। ਇਕਬਾਲ ਨੇ ਆਪਣੀ ਸ਼ਾਇਰੀ ਦੇ ਜ਼ਰੀਏ ਇਹਨਾਂ ਨੂੰ ਇੱਕ ਰਸਤਾ ਵਿਖਾਇਆ, ਤੇ
ਉਹਨਾਂ ਨੇ ਅੱਗੇ ਚੱਲ ਕੇ ਤੇ ਬੜੀ ਗਹਿਰੀ ਨਜ਼ਰ ਸੀ ਉਹਨਾਂ ਦੀ, ਸਿਆਸਤ ਵਿੱਚ ਵੀ ਉਹ ਸਨ ਤੇ ਤੁਹਾਨੂੰ ਪਤਾ ਹੈ ਕਿ ਸ਼ਾਇਰ ਹੋਣੇ ਦੇ ਨਾਲ ਨਾਲ ਬੜੇ ਅੱਛੇ ਵਕੀਲ ਵੀ ਸਨ, ਤੇ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਸਿਆਸੀ ਸੂਝ-ਬੂਝ ਸੀ ਉਹਦਾ ਇਜ਼ਹਾਰ ਬਾਰ-ਬਾਰ ਕੀਤਾ। ਅਸੀਂ ਵੇਖਦੇ ਹਾਂ ਜਦੋਂ ਮਿਸਾਕੇ ਲਖਨਊ ਹੋਇਆ, ਜਿਹਦੇ ਵਿੱਚ ਜਿਨ੍ਹਾਂ ਨੂੰ ਹਿੰਦੂ ਮੁਸਲਿਮ ਇਤਿਹਾਦ ਦੇ ਸਫੀਰ ਦਾ ਲਕਬ ਮਿਲਿਆ ਸੀ, ਤੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸੀ ਕਿ ਸ਼ਾਇਦ ਜਿਹੜਾ ਅੰਗਰੇਜ਼ ਸਾਨੂੰ ਆਪਸ ਵਿੱਚ, ਯਾਨੀ ਦੋਵਾਂ ਕੌਮਾਂ ਨੂੰ ਆਪਸ ਵਿੱਚ ਲੜਾ ਕੇ ਤੇ ਆਪਣੀ ਹਕੂਮਤ ਅੱਗੇ ਚਲਾਈ ਜਾ ਰਿਹਾ, ਤੇ ਅਸੀਂ ਚਲੋ ਇਕੱਠੇ ਹੋ ਕੇ ਬਹਿੰਦੇ ਆ, ਕੋਈ ਇਹਨਾਂ ਨੂੰ ਆਪਣਾ ਮਨਸੂਬਾ ਦਿੰਦੇ ਆ। ਉਸ ਵੇਲੇ ਵੀ ਅਲਾਮਾ ਇਕਬਾਲ ਨੇ ਜਦੋਂ ਉਹ ਸਾਰਾ ਮਿਸਾਕੇ ਲਖਨਊ ਦਾ ਪੜਿਆ ਮਸਵਦਾ, ਤੇ ਉਹਨਾਂ ਨੇ ਆਪਣੀ ਰਾਏ ਦੇ ਦਿੱਤੀ ਸੀ। ਉਹਨਾਂ ਕਿਹਾ ਹਿੰਦੂ ਡੰਡੀ ਮਾਰ ਗਿਆ, ਤੇ ਉਹਦੇ ਹੱਕ ਵਿੱਚ ਨਹੀਂ ਸਨ। ਤੇ ਕਾਇਦ ਆਜ਼ਮ ਜਿਹਾ ਬੰਦਾ, ਇਹ ਵੀ ਗੱਲ ਹੈ ਕਿ ਅਲਾਮਾ ਇਕਬਾਲ ਮਰਦਮ ਸ਼ਨਾਸ ਵੀ ਬਹੁਤ ਜ਼ਿਆਦਾ ਸਨ, ਕਿ ਉਹਨਾਂ ਦੀ ਨਜ਼ਰ ਜਾ ਕੇ ਠਹਿਰੀ ਜਿਨਾਹ ਤੇ, ਮਤਲਬ ਜਿਨਾਹ ਜਦੋਂ ਗੋਲਮੇਜ਼ ਕਾਨਫਰੰਸ ਤੋਂ ਬਾਅਦ ਉਹਨਾਂ ਦੇ ਅੰਦਰ ਇਹ ਖਿਆਲ ਆ ਗਿਆ ਸੀ ਕਿ ਮੁਸਲਮਾਨ ਤੇ ਇਕੱਠੇ ਹੀ ਨਹੀਂ ਹੋ ਰਹੇ, ਤੇ ਉੱਥੇ ਉਹਨਾਂ ਆਪਣਾ ਦੁਬਾਰਾ ਲਾ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਤੇ ਇਕਬਾਲ ਸਨ ਜਿਨ੍ਹਾਂ ਨੇ ਉਹਨਾਂ ਨੂੰ ਮੁਸਲਸਲ ਖਤੂਤ ਲਿਖੇ, ਤੇ ਉਹਨਾਂ ਨੂੰ ਕਿਹਾ ਕਿ ਇਸ ਕੌਮ ਜਿਹੜੀ ਹੈ ਤੁਹਾਡੇ ਬਗੈਰ ਬਿਲਕੁਲ ਹੀ ਕੱਲੀ ਰਹਿ ਗਈ ਹੈ, ਤੇ ਤੁਸੀਂ ਆਪਣਾ ਜਿਹੜਾ ਬਦਲੋ ਖਿਆਲ, ਤੇ ਤੁਸੀਂ ਵਾਪਸ ਆਓ, ਤੁਸੀਂ ਇਹਦੇ ਸਿਰ ਤੇ ਹੱਥ ਰੱਖ ਸਕਦੇ ਹੋ, ਇਹਨੂੰ ਇਕੱਠਾ ਕਰ ਸਕਦੇ ਹੋ, ਈਵਨ ਆਲ ਇੰਡੀਆ ਮੁਸਲਿਮ ਲੀਗ ਨੂੰ ਤੁਸੀਂ ਇਕੱਠਾ ਕਰ ਸਕਦੇ ਹੋ। ਤੇ ਕਿਉਂਕਿ ਅੱਗੇ ਚੱਲ ਕੇ ਅਸੀਂ ਵੇਖਦੇ ਹਾਂ ਕਿ ਇਸ ਤਰ੍ਹਾਂ ਦੇ ਵਾਕਿਆਤ ਹੋ ਰਹੇ ਸਨ, ਪੇ ਦਰ ਪੇ ਹੋ ਰਹੇ ਸਨ, ਕਿ ਬੈਨ ਅਲ-ਅਕਵਾਮੀ ਤੌਰ ਤੇ ਵੀ ਸਿਆਸਤ ਵਿੱਚ ਇੰਨੀਆਂ ਤਬਦੀਲੀਆਂ ਆ ਰਹੀਆਂ ਸਨ ਕਿ ਹੁਣ ਉਹ ਟਾਈਮ ਆ ਗਿਆ ਸੀ ਕਿ ਮੁਸਲਮਾਨਾਂ ਦੇ ਜਿਹੜੇ ਅਸਲ ਲੀਡਰ ਸਨ ਉਹਨਾਂ ਦਾ ਇਕੱਠ ਚਾਹੀਦਾ ਸੀ। ਤੇ ਇਹਦੇ ਵਿੱਚ ਇਕਬਾਲ ਦਾ ਬਹੁਤ ਵੱਡਾ ਰੋਲ ਹੈ। ਆਪਣੀ ਉਹਨਾਂ ਦੀ ਸਿਹਤ ਦਿਨ ਬ ਦਿਨ ਖਰਾਬ ਹੋ ਰਹੀ ਸੀ, ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਖਬਰੇ ਮੈਂ ਵੇਖ ਪਾਵਾਂਗਾ ਆਜ਼ਾਦੀ ਦਾ ਸੂਰਜ ਜਾਂ ਨਹੀਂ, ਪਰ ਉਹਨਾਂ ਦੀ ਇਹ ਬੜੀ ਖਾਹਿਸ਼ ਸੀ ਕਿ ਜਿਨਾਰੀ ਵਾਪਸ ਆਵਣ, ਤੇ ਉਹਨਾਂ ਨੂੰ ਕੀਤਾ, ਤੇ ਜਿਨ੍ਹਾਂ ਬਹੁਤ ਜ਼ਿਆਦਾ ਇੱਜ਼ਤ ਕਰਦੇ ਸਨ ਇਕਬਾਲ ਦੀ, ਤੇ ਬਹੁਤ ਪਸੰਦ ਕਰਦੇ ਸਨ, ਦਿਲੋਂ ਪਸੰਦ ਕਰਦੇ ਸਨ। ਉਹ ਦਿਲ ਨਾਲ ਜਿਹੜੀ ਰਾਹ ਹੁੰਦੀ ਹੈ ਨਾ ਉਹਨਾਂ ਦਾ ਆਪਸ ਵਿੱਚ, ਇਸ ਤਰ੍ਹਾਂ ਮੈਨੂੰ ਲੱਗਦਾ ਕਿ ਕੋਈ ਰੂਹਾਨੀ ਕੋਈ ਦਿਲੀ ਰਾਬਤਾ ਸੀ ਕਿ ਉਹ ਵਾਪਸ ਆਏ, ਤੇ ਉਹਨਾਂ ਨੇ ਆ ਕੇ ਫਿਰ ਜਿਸ ਤਰ੍ਹਾਂ ਅੱਗੇ ਮੁਸਲਿਮ ਲੀਗ ਨੂੰ ਸੰਭਾਲਿਆ, ਬਹੁਤ ਚੰਗੇ ਤਰੀਕੇ ਨਾਲ ਤੁਸੀਂ ਜਿਹੜਾ ਇਲਾਮਾ ਇਕਬਾਲ ਦੇ ਜੋ ਵੀ ਕਿਰਦਾਰ ਆਇਆ ਉਹਨੂੰ ਬੜੇ ਚੰਗੇ ਤਰੀਕੇ ਨਾਲ ਵਾਜ਼ੇ ਕੀਤਾ। ਬੇਸ਼ੱਕ ਜਿतना पाकिस्तान का ना रहेगा, कायद आज़म मोहम्मद अली जिन्ना उन्हें सारे काबरीन दा ते लामा मोहम्मद इकबाल दा ये ना जिंदा रहेगा। बल्कि मैनू एक गल याद आ गई, एक बड़ा खूबसूरत इलामा इकबाल का एक शेर है, वो कहते हैं कि जब इश्क सिखाता है आदाब खुद आगाही, जब इश्क सिखाता है आदाब खुद आगाही, खुलते हैं गुलामों पर असरारे शहनशाही, नौमीद न हो उनसे एह रहबर फरजाना, कम कोश तो हैं लेकिन बेज़ौक नहीं राही। ਤੇ ਇਹ ਕੌਮ ਨੂੰ ਬਣਾਉਣ ਲਈ ਇਹ ਬੜੀ ਮਤਲਬ ਐਫਰਟ ਹੈ। ਬਹੁਤ ਤੁਸੀਂ ਤਫਸੀਲਨ ਸਾਡੇ ਨਾਲ ਇਹ ਗੱਲ ਕੀਤੀ। ਮੈਂ ਆਪਣੇ ਸੁਣਨ ਵਾਲਿਆਂ ਨੂੰ ਵੀ ਦੱਸੀ ਚਲਾਂ ਕਿ ਅੱਜ ਅਸੀਂ 23 ਮਾਰਚ ਦੀ ਇੱਕ ਖਸੂਸੀ ਟਰਾਂਸਮਿਸ਼ਨ ਜਿਹੜੀ ਹੈ, ਖਸੂਸੀ ਨਸ਼ਰੀਆਤ ਜਿਹੜੀ ਹੈ, ਉਹ FM 99.4 ਦੇ ਇਸ ਵੇਲੇ ਤੁਸੀਂ ਸੁਣ ਰਹੇ ਹੋ। ਸਾਡੇ ਨਾਲ ਨਾ ਰਹੋ। ਸਾਡਾ WhatsApp ਨੰਬਰ 05192911521 ਤੇ ਸਾਡਾ ਆਫ 에ਅਰ ਕਾਲ ਨੰਬਰ 05192911520 ਹੈ। ਤੇ ਉਹ ਸੁਣਦੇ ਹਾਂ ਇੱਕ ਖੂਬਸੂਰਤ ਮਿਲੀ ਨਗਮਾ ਤੇ ਮੁੜ ਕੇ ਵਾਪਸ ਆਉਂਦੇ ਹਾਂ। FM 99.4 ਦੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਯੌਮ ਪਾਕਿਸਤਾਨ ਦੀ ਇੱਕ ਖਸੂਸੀ ਨਸ਼ਰੀਆਤ, ਤੇ ਇਸ ਵੇਲੇ ਅੱਜ ਸਾਡੀ ਮੰਨੀ ਪਰਮਨੀ ਮਹਿਮਾਨ ਸ਼ਖਸੀਅਤ ਮੌਜੂਦ ਨੇ, ਮੈਡਮ ਰੂਬੀਨਾ ਸਦੀਕ। ਤੁਸੀਂ ਸਰਬਰਾਹ ਹੋ ਸ਼ੋਬਾ ਤਾਰੀਖ ਰਾਵਲਪਿੰਡੀ ਵਿਮਨ ਯੂਨੀਵਰਸਿਟੀ ਦੇ ਵਿੱਚ, ਤੇ ਅਸੀਂ ਗੱਲ ਕਰ ਰਹੇ ਹਾਂ ਕਰਾਰਦਾਦੇ ਪਾਕਿਸਤਾਨ, ਉਹਦੇ ਪਸੇ ਮੰਜ਼ਰ, ਉਹਦਾ ਸਿਆਸੀ ਸਮਾਜੀ ਤੇ ਮਜ਼ਹਬੀ ਜੋ ਵੀ ਪਸੇ ਮੰਜ਼ਰ ਹੈ, ਤੁਸੀਂ ਬੜੀ ਤਫਸੀਲਨ ਸਾਨੂੰ ਦੱਸਿਆ। ਤੇ ਸਾਡੇ ਸੁਣਨ ਵਾਲਿਆਂ 'ਚ ਸਾਡੀ ਬਹੁਤ ਸਾਰੀ ਐਸੀ ਨੌਜਵਾਨ ਨਸਲ ਵੀ ਸਾਡੇ ਨਾਲ ਇਹ ਪ੍ਰੋਗਰਾਮ ਸੁਣਦੀ ਹੈ ਸਾਡਾ, ਤੇ ਮੈਂ ਇਹ ਚਾਹਾਂਗੀ ਕਿ ਤੁਸੀਂ ਕਰਾਰਦਾਦੇ ਪਾਕਿਸਤਾਨ ਦੇ ਜਿਹੜੇ ਮਕਾਸਦ ਹਨ ਜ਼ਰਾ ਉਹਨਾਂ ਨੂੰ ਹੋਰ ਤਫਸੀਲਨ ਸਾਡੇ ਸੁਣਨ ਵਾਲਿਆਂ ਨੂੰ ਦੱਸੋ, ਤੇ ਇਸ ਤੇ ਰੋਸ਼ਨੀ ਪਾਓ ਤੁਸੀਂ। ਜੀ ਮਸਰਤ, ਗੱਲ ਇਹ ਵੇ ਕਿ ਮੁਸਲਮਾਨਾਂ ਦੇ ਜ਼ਿਹਨਾਂ ਵਿੱਚ ਇਹ ਸੋਚ ਤੇ ਹੈ ਸੀ ਕਿ ਸਾਡਾ ਆਪਣਾ ਇੱਕ ਇਸਲਾਮੀ ਨਿਜ਼ਾਮ ਹੋਵੇ, ਸਾਡਾ ਇੱਕ ਆਪਣਾ ਮੁਲਕ ਹੋਵੇ ਜਿੱਥੇ ਅਸੀਂ ਆਪਣੀ ਇਬਾਦਤ, ਆਪਣੇ ਅਕਾਇਦ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕੀਏ, ਤੇ ਔਰ ਉਹਨੂੰ ਜਿਹੜਾ
ਉਹਦੇ ਸਾਹਮਣੇ ਸਾਰਿਆਂ ਤੋਂ ਵੱਡਾ ਜਿਹੜਾ ਮਸਲਾ ਆਇਆ ਜਿਹਨੇ ਮੁਸਲਮਾਨਾਂ ਨੂੰ ਬੜੀ ਤੇਜ਼ੀ ਨਾਲ ਇਕੱਠਾ ਕੀਤਾ, ਤੁਸੀਂ ਕਹਿ ਸਕਦੇ ਹੋ, ਉਹ 2 ਸਾਲਾ ਕਾਂਗਰਸੀ ਵਜ਼ਾਰਤਾਂ ਦਾ ਦੌਰ ਸੀ ਕਿ ਇਲੈਕਸ਼ਨ ਵਿੱਚ ਮੁਸਲਿਮ ਲੀਗ ਨੂੰ, ਚੂੰਕਿ ਮੁਸਲਿਮ ਲੀਗ ਵਿੱਚ ਇਕੱਠ ਨਹੀਂ ਸੀ ਤੇ ਇੰਨੀ ਜ਼ਿਆਦਾ ਕਾਮਯਾਬੀ ਨਹੀਂ ਮਿਲੀ, ਤੇ ਦੂਜੀ ਜਿਹੜੀ ਪਾਰਟੀ ਸੀ ਕਾਂਗਰਸ, ਉਹਨੂੰ ਕਾਮਯਾਬੀ ਮਿਲੀ। ਉਹਨਾਂ ਨੇ 2 ਸਾਲ ਵਿੱਚ ਰਾਮ ਰਾਜ ਦਾ ਤੁਸੀਂ ਕਹਿ ਸਕਦੇ ਹੋ ਕਿ ਟ੍ਰੇਲਰ ਚਲਾ ਕੇ ਵਿਖਾ ਦਿੱਤਾ। ਤੇ ਇਹ ਉਹ ਦੌਰ ਸੀ ਕਿ ਜਦੋਂ ਅਜੇ ਅੰਗਰੇਜ਼ ਉੱਤੇ ਮੌਜੂਦ ਸੀ, ਅਕਲੀਤਾਂ ਦੇ ਤਹਫੁਜ਼ ਲਈ ਅੰਗਰੇਜ਼ ਮੌਜੂਦ ਸੀ, ਉਹਦੇ ਬਾਵਜੂਦ ਜਿਹੜਾ ਸਲੂਕ ਕੀਤਾ ਗਿਆ ਹਿੰਦੂਆਂ ਵੱਲੋਂ ਮੁਸਲਮਾਨਾਂ ਨਾਲ, ਉਹ ਜਿਹੜਾ ਸੀ ਉਹਨਾਂ ਨੇ ਮੁਸਲਮਾਨਾਂ ਨੂੰ ਇਸ ਨੁਕਤੇ ਤੇ ਇਕੱਠਾ ਕਰ ਦਿੱਤਾ। ਆਵਾਮ ਨੂੰ ਵੀ, ਖਾਸ ਤੌਰ ਤੇ ਲੀਡਰ ਤੇ ਪਹਿਲੇ ਹੀ ਇਹ ਜਾਣ ਚੁੱਕੇ ਸਨ, ਮੰਨ ਚੁੱਕੇ ਸਨ, ਪਰ ਆਵਾਮ ਨੂੰ ਵੀ ਇਕੱਠਾ ਕਰ ਦਿੱਤਾ। ਉਹਨਾਂ ਤੇ ਸੋਚਣ ਤੋਂ ਮਜਬੂਰ ਕਰ ਦਿੱਤਾ ਕਿ ਅੱਜ ਅਗਰ ਅੰਗਰੇਜ਼ ਹੈਗਾ ਇੱਥੇ ਤੇ ਤਾਂ ਕਰਕੇ ਵੀ ਸਾਡੇ ਨਾਲ ਇਹ ਸਲੂਕ ਹੋ ਰਿਹਾ ਹੈ ਮਤਰਿਆਂ ਵਾਲਾ, ਤੇ ਕੱਲ ਨੂੰ ਅੰਗਰੇਜ਼ ਚਲਾ ਜਾਂਦਾ ਹੈ ਤੇ ਉਹਨਾਂ ਨੂੰ ਨਕਸ਼ਾ ਨਜ਼ਰ ਆ ਗਿਆ ਆਪਣੇ ਸਾਹਮਣੇ ਕਿ ਫਿਰ ਸਾਡਾ ਕੀ ਹਾਲ ਹੋਊਗਾ। ਤੇ ਉਹਦੇ ਚ ਇੱਕ ਗੱਲ ਵੀ, ਇੱਕ ਗੱਲ ਨੂੰ ਤੁਸੀਂ ਵੇਖੋ ਕਿ ਸਾਰਿਆਂ ਤੋਂ ਪਹਿਲੇ ਕਾਂਗਰਸ ਨੂੰ ਜਦੋਂ ਮਿਲਿਆ, ਤਾਕਤ ਮਿਲੀ, ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਮੰਦਰਾਂ ਨੂੰ ਮਕਤਬ ਜਿਹੜਾ ਹੈ ਉਹ ਕਰਾਰ ਦੇ ਦਿੱਤਾ। ਮਕਤਬ ਦਾ ਮਤਲਬ ਇਹ ਸੀ ਕਿ ਸਾਡਾ ਇੱਕ 5 ਸਾਲ ਦਾ ਬੱਚਾ ਜਿਹਦੇ ਜ਼ਿਹਨ ਦੀ ਸਲੇਟ ਉਸ ਵੇਲੇ ਬਿਲਕੁਲ ਸਾਫ਼ ਹੁੰਦੀ ਹੈ, ਉਹ ਮੰਦਰ ਵਿੱਚ ਜਾਏਗਾ, ਉੱਥੇ ਬੁੱਤ ਪਏ ਹੋਣਗੇ ਰੰਗ ਬਰੰਗੇ ਤੇ ਘੰਟੀਆਂ ਵੱਜ ਰਹੀਆਂ ਹੋਣਗੀਆਂ, ਤੇ ਉਹਦੀ ਤੇ ਜ਼ਿਹਨ ਸਾਜ਼ੀ ਬੁੱਤਾਂ ਵਾਲੀ ਹੋ ਜਾਏਗੀ, ਤੇ ਉੱਥੇ ਬਿਠਾ ਕੇ ਫਿਰ ਤੁਸੀਂ ਉਹਨੂੰ ਆਪਣੀ ਇਸਲਾਮੀ ਸ਼ਖਸੀਅਤ ਬਾਰੇ ਚ ਗੱਲਾਂ ਬਾਤਾਂ ਦੱਸੋਗੇ, ਆਪਣੇ ਦੀਨ ਦੇ ਬਾਰੇ, ਆਪਣੇ ਮਜ਼ਹਬ ਦੇ ਬਾਰੇ ਦੱਸੋਗੇ, ਕੀ ਦੱਸੋਗੇ ਤੁਸੀਂ। ਇਹ ਬੜਾ ਇੱਕ ਖਤਰਨਾਕ ਸੀ ਇਸ਼ਾਰਾ। ਦੂਜਾ, ਫਿਰ ਉਹਨਾਂ ਨੇ ਇੱਥੇ ਹੀ ਬਸ ਨਹੀਂ ਕੀਤਾ, ਬਲਕਿ ਉਹਨਾਂ ਨੇ ਜਿਹੜਾ ਨਿਸਾਬ ਸੀ ਉਹਦੇ ਚ ਜਿਹੜੇ ਆਪਣੀ ਮਰਜ਼ੀ ਦੀਆਂ ਤਬਦੀਲੀਆਂ ਕਰ ਦਿੱਤੀਆਂ। ਉਹਨਾਂ ਨੇ ਇਹ ਕੀਤਾ ਕਿ ਕਿਹਾ ਕਿ ਜੀ ਮਜ਼ਹਬ ਜਿਹੜੇ ਨੇ, ਇਹ ਸਾਰੇ ਮਜ਼ਹਬਾਂ ਦੀ ਜਿਹੜੀਆਂ ਚੰਗੀਆਂ ਚੀਜ਼ਾਂ ਗਾਂਧੀ ਨੇ ਕਿਹਾ ਉਹ ਅਸੀਂ ਇੱਕ ਕਿਤਾਬ ਵਿੱਚ ਇਕੱਠੀਆਂ ਕਰ ਦਿੱਤੀਆਂ ਨੇ। ਇਹ ਉਹਦੇ ਤੋਂ ਵੀ ਜ਼ਿਆਦਾ ਜਿਹੜਾ ਇਹ ਜਿਸੇ ਕਹਿੰਦੇ ਨੇ ਕਿ ਓਛਾਵਾਰ ਸੀ ਮੁਸਲਮਾਨਾਂ ਦੀ ਨੌਜਵਾਨ ਨਸਲ ਤੇ। ਹੁਣ ਉਹ ਪੜ੍ਹ ਰਿਹਾ ਕਿ 100 ਵੱਡੇ ਲੋਕਾਂ ਦੇ ਨਾਵਾਂ ਵਿੱਚ ਸਾਰਿਆਂ ਤੋਂ ਉੱਤੇ ਬੇਸ਼ੱਕ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਹੈ, ਸਾਡੀ ਇਸਲਾਮੀ ਸ਼ਖਸੀਅਤ ਤੇ ਥੱਲੇ ਭਗਤ ਤੇ ਕਬੀਰ ਤੇ ਉਹਨਾਂ ਦੇ ਹਿੰਦੂਆਂ ਦੇ ਨਾਂ ਨੇ, ਤੇ ਉਹਦੇ ਜ਼ਿਹਨ ਵਿੱਚ ਕੀ ਤਸੱਵਰ ਆਏਗਾ ਕਿ ਇਹਨਾਂ 100 ਮੰਨਿਆ ਪਰਮੰਨਿਆ ਲੋਕਾਂ ਵਿੱਚ ਇੱਕ ਇਹ ਵੀ ਸਨ ਜਿਹੜਾ ਉਹਨਾਂ ਦਾ ਇੱਕ ਵੱਖਰੀ ਤਕੱਦਸ ਹੈ, ਉਹਨਾਂ ਦਾ ਮਕਾਮ ਹੈ, ਉਹਨਾਂ ਦਾ ਮਰਤਬਾ ਵੇ, ਤੇ ਉਹ ਤੇ ਸਾਡੇ ਬੱਚਿਆਂ ਨੂੰ ਫਿਰ ਨਹੀਂ ਪਤਾ ਲੱਗਣਾ ਸੀ, ਸਾਡੀ ਨੌਜਵਾਨ ਨਸਲ ਨੇ ਕਿੱਥੇ ਜਾਣਾ ਸੀ। ਤੇ ਮਾਵਾਂ ਪਿਓਾਂ ਦੇ ਦਿਲਾਂ ਵਿੱਚ ਇਸ ਗੱਲ ਤੋਂ ਬੜੀ ਇੱਕ ਕਹਿ ਸਕਦੇ ਹੋ ਕਿ ਖੌਫ ਬੈਠ ਗਿਆ, ਕਿ ਡਰ ਬੈਠ ਗਿਆ ਕਿ ਇਹ ਕੀ ਹੋ ਰਿਹਾ ਸਾਡੇ ਨਾਲ। ਫਿਰ ਇਹ ਸੀ ਕਿ ਉਹਨਾਂ ਨੇ ਆਪਣਾ ਤਿਰੰਗਾ ਜਿਹੜਾ ਸੀ ਉਹਨੂੰ ਕੌਮੀ ਪਰਚਮ ਕਰਾਰ ਦੇ ਦਿੱਤਾ, ਹਾਲਾਂਕਿ ਪਾਰਟੀ ਦਾ ਸੀ ਉਹ ਪਰਚਮ। ਤੇ ਦੂਜੀ ਉਹਨਾਂ ਇਹ ਕੀਤੀ ਕਿ ਉਹਨਾਂ ਤੁਹਾਨੂੰ ਪਤਾ ਹੈ ਕਿ ਕੁਰਬਾਨੀ ਸਾਡੀ ਜਿਹੜੀ ਕਰਦੇ ਨੇ ਵੱਡੀ, ਤੇ ਉਹਨਾਂ ਗਾਉਕਸ਼ੀ ਤੇ ਪਾਬੰਦੀ ਲਾ ਦਿੱਤੀ ਕਿ ਇਹ ਨਹੀਂ ਕੋਈ ਜ਼ਬਾ ਕਰ ਸਕਦਾ, ਗਰੀਬ ਬੰਦਾ ਖਾਂਦਾ ਵੀ ਇਹਦਾ ਗੋਸ਼ਤ ਹੈ। ਤੇ ਮਜ਼ੇ ਦੀ ਗੱਲ ਮੈਂ ਤੁਹਾਨੂੰ ਇਹ ਦੱਸਾਂ ਕਿ ਈਸਟਰ ਤੇ ਹੰਟਰ ਬੀਫ ਬਣਾ ਕੇ ਅੰਗਰੇਜ਼ ਵੀ ਉਹੀ ਖਾਂਦਾ ਸੀ, ਵੱਡਾ ਗੋਸ਼ਤ ਹੀ ਖਾਂਦਾ ਸੀ। ਪਰ ਇਹ ਸੀ ਕਿ ਮੁਸਲਮਾਨ ਅਗਰ ਵੱਡਾ ਗੋਸ਼ਤ ਖਾਵਣ ਤੇ ਇਹਨਾਂ ਤੇ ਜੱਥੇ ਹਮਲੇ ਕਰਦੇ ਸਨ, ਗਰਾਵਾਂ ਜਾ ਕੇ ਤੇ ਗਰਾਂ ਜਿਹੜੇ ਸਨ ਉਹ ਬਰਬਾਦ ਕਰ ਦਿੰਦੇ ਸਨ। ਇੰਨਾ ਤਾਸੁਬ ਸੀ ਕਿ ਬਸ ਉਹਨਾਂ ਨੂੰ ਇਹ ਲੱਗਦਾ ਸੀ ਕਿ ਹੁਣ ਅੰਗਰੇਜ਼ ਗਏ ਤੇ ਗਏ, ਆਲਮੀ ਹਾਲਾਤ ਵੀ ਚੇਂਜ ਹੋ ਰਹੇ ਸਨ, ਤੇ ਅਸੀਂ ਆਏ ਤੇ ਅਸੀਂ ਇਹਨਾਂ ਨੂੰ ਜਿਹੜਾ ਪੀਸ ਕੇ ਰੱਖ ਦੇਵਾਂ। ਇਹ ਜਿਹੜੀਆਂ ਚੀਜ਼ਾਂ ਸਨ ਨਾ, ਜਿਹੜੀਆਂ ਗਲੀਆਂ 'ਚ ਤੇ ਵਿਹੜਿਆਂ ਵਿੱਚ ਤੇ ਮੁਖਤਲਿਫ ਥਾਵਾਂ ਵਿੱਚ ਫੈਲ ਰਹੀਆਂ ਸਨ, ਕਿ ਇਹ ਈਵਨ ਇਹ ਕਿ ਮੈਂ ਤੁਹਾਨੂੰ ਦੱਸਾਂ ਕਿ ਇੱਕ ਆਮ ਜਿਹੜੀ ਸੀ ਨਾ ਹਿੰਦੂ ਔਰਤ, ਉਹ ਮੁਸਲਮਾਨ ਫੇਰੀ ਵਾਲੇ ਕੋਲੋਂ ਸੌਦਾ ਲੈਣ ਤੋਂ ਪਹਿਲੇ ਪੁੱਛਦੀ ਸੀ ਕਿ ਤੂੰ ਮੁਸਲਾ ਤੇ ਨਹੀਂ। ਮਤਲਬ ਇਸ ਹੱਦ ਤੱਕ ਨਫ਼ਰਤ ਫੈਲ ਚੁੱਕੀ ਸੀ। ਲੇਕਿਨ ਇਹਨੂੰ ਅਸੀਂ ਕਹਿੰਦੇ ਆ ਕਿ ਇਹ ਸਾਡੇ ਲਈ ਇੱਕ ਤਰ੍ਹਾਂ ਦੀ ਰਹਿਮਤ ਸਾਬਤ ਹੋਇਆ ਉਹਨਾਂ ਦਾ ਉਹ 2 ਸਾਲਾ ਦੌਰ, ਕਿ ਮੁਸਲਮਾਨ ਕੌਮ ਦੀਆਂ ਅੱਖਾਂ ਖੁੱਲ ਗਈਆਂ। ਅੱਖਾਂ ਜਦੋਂ ਖੁੱਲੀਆਂ ਤੇ ਫਿਰ ਉਹਨਾਂ ਨੂੰ ਜਿਹੜੇ ਅਸੀਂ ਵੇਖਦੇ ਹਾਂ ਬਾਅਦ ਵਿੱਚ ਕਰਾਰਦਾਦੇ ਪਾਕਿਸਤਾਨ ਦੇ ਜਿਹੜੇ ਮਕਾਸਦ ਹਨ ਉਹ ਬਿਲਕੁਲ ਵਾਜ਼ੇ ਹੋ ਕੇ ਆ ਗਏ, ਕਿ ਵਾਜ਼ੇ ਨਸਬੁਲ ਐਨ ਉਹਨਾਂ ਦੇ ਸਾਹਮਣੇ ਆ ਗਿਆ। ਤਾਂ ਸਾਰੀ ਕੌਮ ਜਿਹੜੀ ਉਹ ਫਿਰ ਕਾਇਦੀਨ ਦੀ ਰਹਿਨੁਮਾਈ ਵਿੱਚ ਇਕੱਠੀ ਹੋ ਗਈ ਕਿ ਝੰਡੇ ਥੱਲੇ ਪਤਾ ਲੱਗ ਗਿਆ ਕਿ ਇੱਕ ਜਿਹੜੀ ਜੁਦਾਗਾਨਾ ਹੈਸੀਅਤ ਹੈ ਮੁਸਲਮਾਨ ਕੌਮ ਦੀ, ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਸਾਨੂੰ ਆਪਣਾ ਵਾਜ਼ੇ ਨਸਬੁਲ ਐਨ ਸਾਡਾ ਇਹ ਹੋਣਾ ਇਹੀ ਹੈ ਕਿ ਸਾਨੂੰ ਇੱਕ ਉਚੇਚੀ ਆਪਣੀ ਰਿਆਸਤ ਚਾਹੀਦੀ ਹੈ, ਤੇ ਜਿੱਥੇ ਅਸੀਂ ਇਸਲਾਮੀ ਨਿਜ਼ਾਮ ਕਾਇਮ ਕਰੀਏ, ਜਿੱਥੇ ਅਸੀਂ ਇਤਿਹਾਦ ਯਕਜਹਿਤੀ ਨਾਲ ਰਹੀਏ, ਤੇ ਜਿੱਥੇ ਸਾਡਾ ਦੋ ਕੌਮੀ ਨਜ਼ਰੀਆ ਇੰਨਾ ਵਾਜ਼ੇ ਹੋ ਕੇ ਸਾਹਮਣੇ ਆ ਗਿਆ ਕਿ ਮੁਸਲਮਾਨਾਂ ਨੇ ਉਹਨੂੰ ਕਹਿੰਦੇ ਨੇ ਕਿ ਫਿਲਮ ਤੋਂ ਪਹਿਲੇ ਉਹਦਾ ਟ੍ਰੇਲਰ ਵੇਖ ਲਿਆ ਕਿ ਜੀ,
ते एक तारीखी हकीकत है दो कौमी नजरिया बिल्कुल सही। इन्नी अच्छी तरह ये वाजिया हो गया, खुल के नखेड़ा हो गया कि ਇਹ ਜਿਹੜੇ ਨੇ ਇਹ ਕਿਸ ਮਜ਼ਹਬ ਦੇ ਨੇ, ਅਸੀਂ ਕਿਸ ਮਜ਼ਹਬ ਦੇ ਆ ਤੇ ਸਾਡਾ ਇਹਦੇ ਨਾਲ ਗੁਜ਼ਾਰਾ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ। ਕੁਝ ਲੋਕ ਕਹਿੰਦੇ ਨੇ ਕਿ ਪਾਕਿਸਤਾਨ ਦੀ ਜਿਹੜੀ ਡਿਮਾਂਡ ਹੈ ਖਾਲੀ ਮਾਸ਼ੀ ਉਸ ਤੇ ਕੀਤੀ ਗਈ ਸੀ, ਲੇਕਿਨ ਇਹ ਸਿਰਫ ਇਹ ਗੱਲ ਕਹਿਣੀ ਗਲਤ ਹੈ। ਇਹ ਸਾਡਾ ਇੱਕ ਇਸਲਾਮੀ ਨਿਜ਼ਾਮ ਦਾ ਕਿਆਮ ਤੇ ਆਪਣੀ ਵੱਖਰੀ ਸ਼ਨਾਖਤ ਤੇ ਆਪਣੀ ਕੌਮੀ ਸ਼ਨਾਖਤ ਮੁਸਲਮਾਨਾਂ ਦੀ, ਉਹਦੇ ਲਈ ਸਾਨੂੰ ਇਹ ਜਿਹੜੇ ਅਸੀਂ ਕਹਿੰਦੇ ਆ ਨਾ ਕਿ ਤੁਹਾਡਾ ਸਵਾਲ ਸੀ ਕਿ ਮਕਾਸਦ ਕੀ ਸਨ, ਤੇ ਮਕਾਸਦ ਇਹ ਹੀ ਸੀ ਕਿ ਸਾਨੂੰ ਆਪਣੀ ਇੱਕ ਉਚੇਚੀ ਰਿਆਸਤ ਚਾਹੀਦੀ ਹੈ ਜਿੱਥੇ ਅਸੀਂ ਆਪਣੇ ਦੀਨ ਮਜ਼ਹਬ ਸਕਾਫਤ ਤੇ ਆਪਣਾ ਰਹਿਣ ਸਹਿਣ ਆਪਣਾ ਉਹ ਅਪਣਾਈਏ ਤੇ ਸਾਡੇ ਬੱਚਿਆਂ ਨੂੰ ਜਿਹੜੀ ਸਾਡੀ ਅਗਲੀ ਨਸਲ ਹੈ ਉਹਨੂੰ ਅਸੀਂ ਆਪਣੇ ਰਸਤੇ ਤੇ ਫਿਰ ਚਲਾ ਸਕੀਏ। ਜੀ ਬਹੁਤ ਸ਼ੁਕਰੀਆ ਰੂਬੀਨਾ, ਤੁਸੀਂ ਬੜੀ ਹੀ ਚੰਗੇ ਤਰੀਕੇ ਨਾਲ ਇਸ ਸਾਰੇ ਮਕਾਸਦ ਤੇ ਰੋਸ਼ਨੀ ਪਾਈ। ਤੁਸੀਂ ਸਾਨੂੰ ਬੜੀ ਤਫਸੀਲਨ ਦੱਸਿਆ ਸਾਰੇ ਜਿਹੜੇ ਤਾਰੀਖੀ ਵਾਕਿਆਤ ਹੈ ਉਹਨਾਂ ਨੂੰ ਵੀ, ਤੇ ਦੋ ਕੌਮੀ ਨਜ਼ਰੀਏ ਨੂੰ ਬੜੀ ਚੰਗੀ ਤਰ੍ਹਾਂ ਤੁਸੀਂ ਵਾਜ਼ਿਹ ਕੀਤਾ ਕਿ ਬੜੇ ਸਗੀਰ ਵਿੱਚ ਰਹਿਣ ਵਾਲੀਆਂ ਦੋ ਕੌਮਾਂ ਹਿੰਦੂ ਤੇ ਮੁਸਲਮਾਨ ਆਪਣਾ ਆਪਣਾ ਇੱਕ ਜੁਦਾਗਾਨਾ ਤਸ਼ਖੁਸ ਰੱਖਦੇ ਨੇ। ਇਹਦੇ ਵਿੱਚ ਮੈਂ ਇੱਕ ਗੱਲ ਦਾ ਛੋਟੀ ਜਿਹੀ ਗੱਲ ਦਾ ਇਜ਼ਾਫਾ ਕਰਾਂ ਕਿ ਕਾਇਦ ਆਜ਼ਮ ਜਾਂਦੇ ਸਨ ਮੁxtਲਿਫ ਸਕੂਲਾਂ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਬੱਚਿਆਂ ਨਾਲ ਨੌਜਵਾਨਾਂ ਨਾਲ ਖਿਤਾਬ ਕਰਨ ਤੇ ਉੱਥੇ ਇੱਕ ਵਾਰੀ ਉਹ ਗਏ ਤੇ ਉੱਥੇ ਹਿੰਦੂ ਬੱਚੇ ਵੀ ਸਨ ਤੇ ਉਹਨਾਂ ਨੇ ਕਿਹਾ ਤੁਸੀਂ ਕੀ ਦੋ ਕੌਮੀ ਨਜ਼ਰੀਆ ਸਾਨੂੰ ਤੁਸੀਂ ਇਹ ਬਿਆਨ ਕਰੋ ਕਿ ਅਸੀਂ ਨਹੀਂ ਮੰਨਦੇ ਨਾ, ਹਿੰਦੂ ਬੱਚਿਆਂ ਨੇ ਕਿ ਅਸੀਂ ਨਹੀਂ ਮੰਨਦੇ, ਤੇ ਕਾਇਦ ਆਜ਼ਮ ਥੋੜੀ ਦੇਰ ਲਈ ਖਾਮੋਸ਼ ਹੋ ਗਏ ਨਾ, ਚੁੱਪ ਕਰ ਗਏ ਤੇ ਬੱਚਿਆਂ ਨੇ ਸਮਝਿਆ ਕਿ ਅਸੀਂ ਇਹਨਾਂ ਨੂੰ ਲਾਜਵਾਬ ਕਰ ਦਿੱਤਾ। ਕਾਇਦ ਆਜ਼ਮ ਨੇ ਕਿਹਾ ਇੱਕ ਗਲਾਸ ਪਾਣੀ ਲੈ ਕੇ ਆਓ। ਜਿਸ ਵੇਲੇ ਇੱਕ ਗਲਾਸ ਪਾਣੀ ਦਾ ਆਇਆ ਤੇ ਕਾਇਦ ਆਜ਼ਮ ਅੱਧਾ ਗਲਾਸ ਪੀਤਾ ਤੇ ਉਹਨਾਂ ਨੇ ਇੱਕ ਹਿੰਦੂ ਬੱਚੇ ਵੱਲ ਬਾਕੀ ਅੱਧਾ ਗਲਾਸ ਵਧਾਇਆ ਤੇ ਹਿੰਦੂ ਬੱਚਾ ਜਿਹੜਾ ਸੀ ਉਹਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕਰੰਟ ਲੱਗੀ, ਉਹ ਪਿੱਛੇ ਹੋ ਗਿਆ ਫੌਰਨ। ਉਹਨਾਂ ਉਹੀ ਗਲਾਸ ਇੱਕ ਮੁਸਲਮਾਨ ਬੱਚੇ ਵੱਲ ਕੀਤਾ ਕਿ ਬਾਕੀ ਪਾਣੀ ਤੂੰ ਪੀ ਲੈ, ਤੇ ਇੱਕ ਬੱਚੇ ਦੀ ਬਜਾਏ 4 ਬੱਚੇ ਅੱਗੇ ਵਧੇ ਕਿ ਸਾਨੂੰ ਇਹ ਗਲਾਸ ਮਿਲ ਜਾਏ। ਉਹਨਾਂ ਕਿਹਾ ਇਹ ਦੋ ਕੌਮੀ ਨਜ਼ਰੀਆ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਧਰਤੀ ਦੇ ਬੱਚੇ, ਅਸੀਂ ਇੱਕ ਧਰਤੀ ਦੀ ਔਲਾਦ ਆ, ਲੇਕਿਨ ਇੰਨਾ ਫਰਕ ਹੈ ਕਿ ਇੱਕ ਗਲਾਸ ਵਿੱਚ ਪਾਣੀ ਵੀ ਤੁਸੀਂ ਨਹੀਂ ਪੀਂਦੇ ਹੋ। ਬਿਲਕੁਲ ਸਹੀ। ਬੇਸ਼ੱਕ ਜਿਹੜਾ ਮੁਸਲਮਾਨ ਕੌਮ ਆਈ ਬਰੇ ਸਗੀਰ ਦੇ ਅੰਦਰ ਔਰ ਉਹ ਮੌਜੂਦ ਹੈ और अलहमदुलिल्लाह एक आज़ादी की नेमत, एक पूरे वतन की नेमत नाल असी सरफराज होए, लेकिन एक वड्डी कुर्बानी तो बाद असी हासिल किया। तो जिथे बरे सगीर दे जितना भी ये पूरी धरती है इस उत्ते हिंदू ते मुसलमान दो अलहदा कौमां, इन्हां दा अपना अपना एक खास तशखुस है, इन्हां दे मजहबी नज़रियात, इन्हां दे समाजी नज़रियात, इन्हां दे सियासी नज़रियात ते जिंदगी दे रहन सहन दे जितने भी तरीके वो मुसलमान कौम दे हिंदुआं नाल जुदा और वो जुदा रह सन भी। बेशक बहुत सारियां जड़ियां समाजी तब्दीलियां वो करीब ते लै आंदियां, लेकिन जड़ा एक बुनियादी तशखुस वाला फर्क है वो हमेशा कायम रसी। बड़े चंगे तरीके नाल तुसी ये मकासद बयान कीते ते मैं अपने सुनने वालियां नूं दस्सी चलां कि तुसी अज 23 मार्च दी खसूसी नशरियात सुन रहे हो FM 99.4 तो। तुसी साढ़े नाल रवो, साढ़े नाल अपनी राय दिओ, साढ़े नाल सांझ पाओ। साढ़े WhatsApp नंबर 05192915521 ते साडा ऑफ एयर कॉल नंबर 05192915520 है। तो आओ सुनते हैं एक होर खूबसूरत मिली नगमा ते मुड़ के इस वेड़े वापस आते हैं। चांद मेरी ज़मी, फूल मेरा वतन, मेरे खेतों की मिट्टी मिला ले यमन। असी मुड़ के आ गए FM 99.4 दे इस वेड़े ते इस वतन दी मिट्टी च लालो यमन ए पहाड़ां दरियावां खूबसूरतियां मुहब्बतां इसार ते कुर्बानियां दी सरजमीन है। इस जमीन लई बड़ी वड्डी जदोजहद की गई, कई वरियां दी मुसलसल जदोजहद ते कई इंसानां दी बहुत वड्डियां वड्डियां कुर्बानियां तो बाद ये धरती साढ़े नसीब विच होई। ये आज़ादी दी सुबह, ये आज़ादी दी रात सानू मिली ते साडा काम ये है कि असी इस सारे विरसे नू संभाल के रखिए। असी गल कर रहे हैं अज दी इस 23 मार्च की खसूसी नशरियात करारदादे पाकिस्तान ते उदे मकासद दी ते बाकी जितना भी पसे मंजर आया असां उस ते गल कीती। साढ़े अज दे इस वेले दी मेहमान हैं मिसिज रूबीना सदीक जेडे सरबराह ने शोबा तारीख रावलपिंडी विमेन यूनिवर्सिटी तो। ते रूबीना साहबा मैं तुहाडे कोलों ये पुछना चाहांगी कि बड़ी तफसीलन पसे मंजर नूं असी बहस च लैके आए, असी डिस्कस कीता इस ते मैं अपने चाहांगी अपने सुनने वालियां वास्ते कि जेड़े करारदादे पाकिस्तान दे नुकात हैं, जेड़ा उहदा मतन है उस ते भी तुसी चानण पाओ, वो भी साडे सुनने वालियां नाल तुसी उस ते दसो कि के नुकात है और उन्हां नूं और ये नुकात बहुत ज़्यादा ज़रूरी साडी नौजवान नस्ल नूं भी सुनने ना।
ਜੀ ਬਿਲਕੁਲ, ਮੈਂ ਇੱਕ ਵਾਰੀ ਫਿਰ ਤੁਹਾਡਾ ਵੀ ਸ਼ੁਕਰੀਆ ਅਦਾ ਕਰਾਂਗੀ ਤੇ ਤੁਹਾਡੀ ਪੂਰੀ ਟੀਮ ਦਾ, ਪੰਜਾਬ ਰੰਗ ਦੇ FM ਪੰਜਾਬ ਰੰਗ ਦਾ, ਕਿ ਜ਼ਿੰਦਾ ਕੌਮਾਂ ਜਿਹੜੀਆਂ ਨੇ ਉਹ ਆਪਣੇ ਖਾਸ ਦਿਹਾੜੇ ਹਮੇਸ਼ਾ ਯਾਦ ਰੱਖਦੀਆਂ ਨੇ ਤੇ ਤੁਹਾਡੀ ਇਹ ਕਾਵਿਸ਼ ਜਿਹੜੀ ਨੌਜਵਾਨ ਨਸਲ ਸੁਣ ਰਹੀ ਹੈ ਉਹਦੇ ਲਈ ਵੀ ਬਹੁਤ ਜ਼ਰੂਰੀ ਹੈ ਤੇ ਉਹਦੇ ਲਈ ਇੱਕ ਤੋਹਫਾ ਅੱਜ ਦੇ ਦਿਨ ਦਾ, ਕਿ ਉਹਨਾਂ ਨੂੰ ਆਪਣੀ ਤਾਰੀਖ ਦੇ ਨਾਲ ਉਹਨਾਂ ਦੀ ਜਾਣ ਪਛਾਣ ਹੋਵੇ, ਉਹਨਾਂ ਨੂੰ ਪਤਾ ਲੱਗੇ ਕਿ ਕਿੰਨਾ ਮਰਹਲਿਆਂ ਤੋਂ ਗੁਜ਼ਰ ਕੇ ਅੱਜ ਅਸੀਂ ਸੋਹਣੇ ਪਾਕਿਸਤਾਨ ਵਿੱਚ ਬੈਠੇ ਹੋਏ ਹਾਂ। ਤੇ ਇਹ ਜਿਹੜੇ ਨਕਾਤ ਸਨ ਇਹਨਾਂ 'ਚ ਬੜੇ ਵਾਜ਼ੇ ਤੌਰ ਤੇ ਉਹਨਾਂ ਨੇ ਮੁਤਾਲਬਾ ਕੀਤਾ ਕਿ ਜਿਹੜੇ ਖਿੱਤੇ ਆਪਸ ਵਿੱਚ ਜੁੜੇ ਨੇ ਉਹਨਾਂ ਦੀ ਜੋਗਰਾਫੀਆਈ ਲਿਹਾਜ਼ ਨਾਲ ਨਵੇਂ ਸਿਰੇ ਤੋਂ ਹੱਦਬੰਦੀ ਕੀਤੀ ਜਾਵੇ। ਤੇ ਜਾਨੀ ਤੁਸੀਂ ਕਹਿ ਸਕਦੇ ਹੋ ਕਿ ਸ਼ਮਾਲ ਮਗਰਬ ਤੇ ਸ਼ਮਾਲ ਮਸ਼ਰਕ ਦੇ ਜਿਹੜੇ ਮੁਸਲਿਮ ਇਕੱਠ ਵਾਲੇ ਇਲਾਕੇ ਸਨ, ਉੱਥੇ ਉਹਨਾਂ ਨੇ ਕਿਹਾ ਕਿ ਆਜ਼ਾਦ ਮੁਮਲਕਤ ਜਿਹੜੀ ਹੈ ਉਹ ਕਾਇਮ ਕੀਤੀ ਜਾਵੇ। ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਸਾਰਿਆਂ ਤੋਂ ਜ਼ਰੂਰੀ ਉਹਨਾਂ ਦਾ ਪੁਆਇੰਟ ਸੀ ਸੀ ਕਿ ਅਸੀਂ ਤਕਸੀਮ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਮੰਨਣੀ, ਯਾਨੀ ਕੋਈ ਤੁਸੀਂ ਕਹਿ ਸਕਦੇ ਹੋ ਕਿ ਆਇਨੀ ਹੱਲ ਉਹਨਾਂ ਕਿਹਾ ਕਿ ਕੋਈ ਅੰਗਰੇਜ਼ਾਂ ਦੀ ਤਰਫੋਂ ਆਉਣ ਵਾਲੀ ਕੋਈ ਸੁਝਾਅ ਅਸਾਂ ਨਹੀਂ ਮੰਨਣਾ ਸਿਵਾਏ ਇਸ ਤੋਂ ਕਿ ਹਿੰਦੁਸਤਾਨ ਨੂੰ ਤੁਸੀਂ ਤਕਸੀਮ ਕਰੋ। ਤੇ ਫਿਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜਿਹੜੇ ਉੱਥੇ ਰਹਿ ਜਾਣ ਵਾਲੇ ਪਿੱਛੇ ਰਹਿ ਜਾਣ ਵਾਲੇ ਲੋਕ ਹੋਣਗੇ, ਯਾਨੀ ਜਿਹੜੇ ਹਿੰਦੂ ਇਕੱਠ ਵਾਲੇ ਇਲਾਕਿਆਂ ਜਿਹੜੇ ਮੁਸਲਮਾਨ ਰਹਿ ਜਾਣਗੇ, ਉਹਨਾਂ ਲਈ ਵੀ ਉਹਨਾਂ ਨੇ ਇਸ ਵਿੱਚ ਇੱਕ ਨੁਕਤਾ ਰੱਖਿਆ ਕਿ ਮੁਸਲਿਮ ਅਕਲੀਅਤਾਂ ਦੇ ਜਿਹੜੇ ਹਕੂਕ ਹਨ ਉਹਨਾਂ ਦੇ ਤਹਫੁਜ਼ ਦਾ ਆਇਨੀ ਤੌਰ ਤੇ ਬੰਦੋਬਸਤ ਕੀਤਾ ਜਾਵੇ। ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਅਸੀਂ ਅੱਲਾਹ ਦਾ ਬੜਾ ਕਰਮ ਹੈ ਕਿ ਅਸੀਂ ਤੇ ਆਪਣੇ ਸੋਹਣੀ ਧਰਤੀ ਤੇ ਬੈਠੇ ਹਾਂ, ਤੇ ਜਿਹੜੇ ਸਾਡੇ ਭੈਣ ਭਰਾ ਉੱਥੇ ਰਹਿ ਗਏ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੇ ਵੋਟ ਦਿੱਤੇ ਮੁਸਲਿਮ ਲੀਗ ਨੂੰ ਪਾਕਿਸਤਾਨ ਦੇ ਹੱਕ ਵਿੱਚ, ਤੁਸੀਂ ਵੇਖ ਰਹੇ ਹੋ ਕਿ ਅੱਜ ਵੀ ਉਹ ਕਿੰਨੀਆਂ ਤਕਲੀਫਾਂ ਚੁੱਕ ਰਹੇ ਨੇ, ਕਿੰਨੇ ਕਿਸ ਕਿਸਮ ਦੇ ਉਹਨਾਂ ਨੂੰ ਮਰਹਲਿਆਂ ਤੋਂ ਗੁਜ਼ਰਨਾ ਪੈ ਰਿਹਾ। ਔਰ ਮੈਂ ਤੁਹਾਡੀ ਇਸੇ ਗੱਲ ਨੂੰ ਅੱਗੇ ਲੈ ਕੇ ਚੱਲਾਂਗੀ ਕਿ ਇਹ ਜੁਦਾਗਾਨਾ ਤਸ਼ਖੁਸ ਆਇਆ ਜਿਹਦੀ ਕੋਸ਼ਿਸ਼ ਕੀਤੀ ਸਾਡੇ ਅਕਾਬਰੀਨ ਨੇ, ਔਰ ਇਹ ਉਹ ਚੀਜ਼ਾਂ ਕਿ ਜਿਹੜੀਆਂ ਸਾਡੀ ਇੱਕ ਜੁਦਾਗਾਨਾ ਕੌਮ ਦੀ ਹੈਸੀਅਤ ਨਾਲ ਸਾਨੂੰ ਮਨਵਾਈਆਂ। ਤੇ ਤੁਸੀਂ ਆਪਣੀ ਗੱਲ ਨੂੰ ਜਾਰੀ ਰੱਖੋ। ਤੇ ਇਹ ਗੱਲ ਜਿਹੜੀ ਤਕਸੀਮ ਦੀ ਗੱਲ ਸੀ, ਮੈਂ ਤੁਹਾਨੂੰ ਦੱਸਾਂ ਮਸਰਤ ਜੀ ਕਿ ਇਹ ਨਵੀਂ ਨਹੀਂ ਸੀ। ਇਸ ਤੋਂ ਪਹਿਲੇ ਅਸੀਂ ਮੁਸਲਿਮ ਅਕਾਬਰੀਨ ਵਿੱਚੋਂ ਵੀ ਨਾਮ ਲੈਂਦੇ ਹਾਂ, ਅਸੀਂ ਹਿੰਦੂਆਂ ਦੇ ਵਿੱਚੋਂ ਵੀ ਕੁਝ ਇਤਦਾਲ ਪਸੰਦ ਕਾਂਗਰਸ ਦੇ ਮੈਂਬਰਾਂ ਦੇ ਵੀ ਨਾਮ ਲੈਂਦੇ ਹਾਂ, ਈਵਨ ਅਸੀਂ ਕੁਝ ਅੰਗਰੇਜ਼ਾਂ ਦੇ ਵੀ ਨਾਮ ਲੈਂਦੇ ਹਾਂ ਆਪਣੀ ਇਸ ਵਿੱਚ, ਕਿ ਅਗਰ ਜਿਸ ਤਰ੍ਹਾਂ ਸੈਯਦ ਜਮਾਲੁਦੀਨ ਅਗਵਾਨੀ, ਅਬਦੁਲ ਹਲੀਮ ਸ਼ਰਰ, ਮੌਲਾਨਾ ਮੁਹੰਮਦ ਅਲੀ ਜੋਹਰ, ਖੈਰੀ ਬਰਾਦਰਾਨ, ਤੇ ਇਹਨਾਂ ਨੇ ਵੀ ਜ਼ਿਕਰ ਕੀਤਾ ਕਿ ਇਹਦਾ ਹੱਲ ਸਾਨੂੰ ਇਹੀ ਨਜ਼ਰ ਆਂਦਾ ਜਿਹੜਾ ਇੱਥੇ ਕਿ ਖਾਲੀ ਹਕੂਕ ਮੰਗਦਿਆਂ ਉਹਨਾਂ ਨੇ ਵੇਖ ਲਿਆ ਕਿ ਹਕੂਕ ਕਿੰਨੇ ਵੀ ਅਸੀਂ ਲੈ ਲਈਏ, ਜਦੋਂ ਤੱਕ ਹਿੰਦੂ ਅਕਸਰੀਅਤ ਮੌਜੂਦ ਹੈ ਇਹਨਾਂ ਦਾ ਗਲਬਾ ਹੀ ਰਹੇਗਾ, ਕਿਉਂਕਿ ਉਹ ਆਬਾਦੀ ਚ ਅਕਸਰੀਅਤ ਵਿੱਚ ਸਨ, ਹੋਰ ਕੁਝ ਨਹੀਂ ਸੀ। ਲੇਕਿਨ ਕਾਇਦ ਆਜ਼ਮ ਵੀ ਆਪਣੀਆਂ ਮੁਖਤਲਿਫ ਤਕਰੀਰਾਂ ਵਿੱਚ ਮੁਖਤਲਿਫ ਮੌਕਿਆਂ ਤੇ ਦੱਸ ਦਿੱਤਾ ਸੀ ਕਿ ਇਹਨੂੰ ਤੁਸੀਂ ਇੱਕ ਮੁਲਕ ਨਾ ਸਮਝੋ, ਇੱਥੇ ਇਹ ਬੜੇ ਸਗੀਰ ਹੈ, ਇੱਥੇ ਇੱਕ ਤੋਂ ਜ਼ਿਆਦਾ ਕੌਮਾਂ ਰਹਿੰਦੀਆਂ ਨੇ, ਕਿਸੇ ਕੌਮ ਦੀ ਤਾਦਾਦ ਥੋੜੀ ਹੈ ਤੇ ਕਿਸੇ ਦੀ ਜ਼ਿਆਦਾ ਹੈ, ਤੇ ਉਸ ਹਵਾਲੇ ਨਾਲ ਤੇ ਈਵਨ ਹਿੰਦੂਆਂ ਵਿੱਚੋਂ ਤੁਸੀਂ ਵੇਖੋ CR ਦਾਸ, ਲਾਲਾ ਲਾਜਪਤ ਰਾਏ, ਇਹਨਾਂ ਨੇ ਵੀ ਕਿਹਾ ਕਿ ਇਸ ਦਾ ਅਖੰਡ ਭਾਰਤ ਦਾ ਕੋਈ ਨਹੀਂ ਚੱਲਣਾ ਕੰਮ, ਇੱਥੇ ਵੇਖ ਕੇ ਤਕਸੀਮ ਹੋਣੀ ਹੈ। ਤੇ ਬੜੀ ਹੈਰਤ ਹੁੰਦੀ ਹੈ ਵੇਖ ਕੇ ਕਿ ਅੰਗਰੇਜ਼ਾਂ ਵਿੱਚੋਂ ਵੀ ਜਾਨ ਬ੍ਰਾਈਟ ਤੇ ਮਾਰਸ਼ਲ ਸਟਾਲਨ, ਇਹਨਾਂ ਨੇ ਵੀ ਇਸ ਖਿੱਤੇ ਦੀ ਵੰਡ ਬਾਰੇ ਗੱਲ ਕੀਤੀ ਸੀ ਤੇ ਪਹਿਲੇ ਗੱਲ ਹੋ ਚੁੱਕੀ ਸੀ। ਮੁਸਲਮਾਨਾਂ ਵਿੱਚੋਂ ਇਹ ਵੇ ਕਿ ਸਾਡੇ ਬਹੁਤ ਵੱਡੇ ਮੰਨੇ ਪਰਮੰਨੇ ਸਾਡੇ ਤੁਸੀਂ ਵੀ ਜਾਣਦੇ ਹੋ ਚੌਧਰੀ ਰਹਿਮਤ ਅਲੀ, ਜਿਨ੍ਹਾਂ ਦੇ ਪਾਕਿਸਤਾਨ ਦਾ ਨਾਮ ਹੀ ਤਜਵੀਜ਼ ਕੀਤਾ, ਉਹਨਾਂ ਨੇ ਇੱਕ ਰਸਾਲਾ ਲਿਖਿਆ ਨਾਓ ਔਰ ਨੈਵਰ, ਅਬ ਜਾਂ ਕਭੀ ਨਹੀਂ। ਉਹਨਾਂ ਚ ਉਹਨਾਂ ਨੌਜਵਾਨ ਸਨ ਉਸ ਵੇਲੇ, ਉਹ ਵੀ ਇੱਕ ਟਾਈਪ ਰਾਈਟਰ ਹੁੰਦਾ ਸੀ ਉਹਨਾਂ ਕੋਲ ਆਪਣਾ, ਉਹ ਆਪ ਹੀ ਪਬਲਿਸ਼ਰ ਸਨ, ਆਪ ਹੀ ਟਾਈਪ ਕਰਦੇ ਸਨ ਤੇ ਆਪ ਹੀ ਜਾ ਕੇ ਤਕਸੀਮ ਕਰਦੇ ਸਨ। ਤੇ ਉਹਨਾਂ ਨੇ ਬੜੇ ਵਾਜ਼ੇ ਅਲਫਾਜ਼ ਨਾਲ ਕਿਹਾ ਕਿ ਜਿਹੜਾ ਵੇ ਇਹਦਾ ਇੱਕ ਹੀ ਹੱਲ ਹੈ, ਜਿਹੜਾ ਇੱਥੇ ਮਸਾਇਲ ਹਨ ਹਿੰਦੁਸਤਾਨ ਦੇ ਕਿ ਵੰਡ ਕੀਤੀ ਜਾਏ ਤੇ ਉਹ ਅੱਛੀ ਆਪਣੀ ਰਿਆਸਤ ਬਣਾਈ ਜਾਏ। ਤੇ ਉਸ ਤੋਂ ਪਹਿਲੇ 1940 ਤੋਂ ਪਹਿਲੇ ਇਸ ਕਰਾਰਦਾਦੇ ਪਾਕਿਸਤਾਨ ਤੋਂ ਪਹਿਲੇ ਸਿੰਧ ਮੁਸਲਿਮ ਲੀਗ ਜਿਹੜੀ ਸੀ 1938 ਚ ਉਹਨਾਂ ਨੇ ਵੀ ਆਪਣੇ ਸਾਲਾਨਾ ਇਜਲਾਸ ਵਿੱਚ ਇੱਕ ਕਰਾਰਦਾਦ ਮਨਜ਼ੂਰ ਕੀਤੀ ਕਿ ਸਾਨੂੰ ਆਪਣੀ ਉਚੇਚੀ ਰਿਆਸਤ ਚਾਹੀਦੀ ਹੈ ਤੇ ਵੰਡ ਹੋਣੀ ਚਾਹੀਦੀ ਹੈ, ਨਖੇੜਾ ਹੋਣਾ ਚਾਹੀਦਾ ਹੈ ਕਿ ਹੁਣ ਅੰਗਰੇਜ਼ ਦੀ ਛਤਰੀ ਮੌਜੂਦ ਹੈ ਤੇ ਫਿਰ ਵੀ ਹਿੰਦੂ ਰਾਮ ਰਾਜ ਕਾਇਮ ਕਰਨ ਦੇ ਚੱਕਰ ਵਿੱਚ ਹੈ, ਤੇ ਅਗਰ ਇਹ ਚਲੇ ਗਏ ਤੇ ਫਿਰ ਮੁਸਲਮਾਨਾਂ ਦਾ ਕੋਈ ਪੁੱਛਣਹਾਰ ਕੋਈ ਨਹੀਂ ਹੋਏਗਾ। ਹਰ ਤੁਹਾਡੀ ਇਸ ਸਾਰੀ ਗੱਲ ਤੋਂ ਤੇ ਇਸ ਡਿਸਕਸ਼ਨ ਤੋਂ ਬਾਅਦ ਕਿ ਹਰ ਉਹ ਸੋਚ ਜਿਹੜੀ ਸੂਝ-ਬੂਝ ਵਾਲੀ ਜਿਹੜਾ ਵੀ ਸ਼ਖਸ ਆਇਆ ਉਸਨੇ ਪਾਕਿਸਤਾਨ ਦੀ ਹਮਾਇਤ ਕੀਤੀ, ਔਰ ਇਹ ਬਹੁਤ ਜ਼ਿਆਦਾ ਜ਼ਰੂਰੀ ਆਇਆ ਕਿ ਮੁਸਲਮਾਨਾਂ ਦੀ ਇੱਕ ਅਲੱਗਾ ਰਿਆਸਤ ਹੋਏ।
ਜਿੱਥੇ ਉਹ ਆਪਣੇ ਮਜ਼ਹਬੀ, ਸਕਾਫਤੀ, ਸਿਆਸੀ ਤੇ ਸਮਾਜੀ तमाम ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਤੇ ਵਿਰਾਸਤ ਹਨ, ਉਹਨਾਂ ਦੇ ਨਾਲ ਉਹ ਇੱਕ ਆਪਣੀ ਆਜ਼ਾਦ ਜੁਦਾਗਾਨਾ ਹੈਸੀਅਤ ਵਿੱਚ ਆਪਣੀ ਜ਼ਿੰਦਗੀ ਖੁਸ਼ਹਾਲੀ ਦੇ ਨਾਲ ਗੁਜ਼ਾਰਨ। ਤੇ ਮੈਂ ਫਿਰ ਸ਼ੁਕਰ ਅਦਾ ਕਰਾਂਗੀ ਤੁਸੀਂ ਸਾਰਿਆਂ ਨਾਲ ਮਿਲ ਕੇ, ਆਪਣੇ ਸੁਣਨ ਵਾਲਿਆਂ ਨਾਲ ਵੀ, ਆਪਣੇ ਮਹਿਮਾਨਾਂ ਨਾਲ ਵੀ, ਤੇ FM 99.4 ਦੀ ਇਸ ਪੂਰੀ ਟੀਮ ਨਾਲ, ਕਿ ਸ਼ੁਕਰ ਹੈ ਉਸ ਰੱਬੇ ਕਰੀਮ ਦਾ ਜਿਸ ਸਾਨੂੰ ਆਜ਼ਾਦੀ ਦੀ ਇਹ ਨਿਮਤ ਦਿੱਤੀ ਹੈ। ਬਿਲਕੁਲ ਅਸੀਂ ਕਿਤਨਾ ਵੀ ਸ਼ੁਕਰ ਅਦਾ ਕਰੀਏ, ਸਾਡੇ ਤੋਂ ਇਸ ਮੁਮਕਿਨ ਨਹੀਂ, ਜਿਹੜੀ ਇੱਕ ਕੜੀ ਵੀ ਅਸੀਂ ਆਜ਼ਾਦ ਸਾਂਸ ਲੈਂਦੇ ਹਾਂ, ਅਸੀਂ ਇਸ ਦਾ ਸ਼ੁਕਰ ਅਦਾ ਕਰਦੇ ਹਾਂ ਪਰਵਰਦਿਗਾਰ ਕੋਲੋਂ। ਔਰ ਇਹ ਸ਼ੁਕਰ ਅਸੀਂ ਅਦਾ ਨਾ ਕਰ ਸਕਦੇ, ਅਸੀਂ ਸਿਰਫ ਆਪਣੇ ਰੱਬ ਅੱਗੇ ਝੁਕ ਸਕਦੇ ਹਾਂ ਇਸ ਮਾਮਲੇ 'ਚ ਨਾ, ਕਿਉਂਕਿ ਤੁਹਾਨੂੰ ਪਤਾ ਕਿ ਬੜੀਆਂ ਐਸੀਆਂ ਕੌਮਾਂ ਜਿਹੜੀਆਂ ਦੁਨੀਆ ਤੇ ਤੁਸੀਂ ਵੇਖਦੇ ਹੋ ਕਿ ਮੁਸਲਮਾਨਾਂ ਵਿੱਚ ਵੀ ਮਤਲਬ ਹਾਲਾਂ ਆਜ਼ਾਦ ਨਹੀਂ ਹੋਈਆਂ, ਤੇ ਅਸੀਂ ਦੁਆ ਕਰਦੇ ਹਾਂ ਕਿ ਅੱਲਾ ਉਹਨਾਂ ਨੂੰ ਵੀ ਆਜ਼ਾਦੀ ਦੀ ਇਸ ਨਿਮਤ ਤੋਂ ਸਰਫਰਾਜ਼ ਕਰੇ। ਤੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸੀ ਚੱਲਾਂ ਕਿ ਤੁਸੀਂ 23 ਮਾਰਚ ਦੀ ਇਹ ਖਸੂਸੀ ਨਸ਼ਰੀਆਤ FM 99.4 ਦੇ ਇਸ ਵੇਲੇ ਤੋਂ ਸੁਣ ਰਹੇ ਹੋ। ਤੇ ਆਓ ਸੁਣਦੇ ਹਾਂ ਇਸ ਪਾਕਿਸਤਾਨ ਦੀ ਮੁਹੱਬਤ ਵਿੱਚ ਇੱਕ ਹੋਰ ਖੂਬਸੂਰਤ ਮਿਲੀ ਨਗਮਾ ਤੇ ਮੁੜ ਕੇ ਵਾਪਸ ਆਉਂਦੇ ਹਾਂ। FM 99.4 ਦੇ ਇਸ ਵੇਲੇ ਦੀ ਛਾਂ ਲੈ ਕੇ ਮੈਂ ਮੁਸਰਤ ਫਾਤਮਾ ਦੁਬਾਰਾ ਵਾਪਸ ਆ ਗਈ ਹਾਂ ਤੁਹਾਡੇ ਕੋਲ। ਮੈਂ ਤੁਹਾਨੂੰ ਜੀ ਆਇਆਂ ਨੂੰ ਆਖਦੀ ਹਾਂ ਅੱਜ 23 ਮਾਰਚ ਦੀ ਖਸੂਸੀ ਨਸ਼ਰੀਆਤ, ਜਿਹਨੂੰ ਅਸੀਂ ਯੌਮ ਪਾਕਿਸਤਾਨ ਦੇ ਨਾਂ ਨਾਲ ਵੀ ਯਾਦ ਕਰਦੇ ਹਾਂ। ਇਹ ਖਸੂਸੀ ਨਸ਼ਰੀਆਤ ਅਸੀਂ FM 99.4 ਤੋਂ ਨਸ਼ਰ ਕਰ ਰਹੇ ਹਾਂ। ਅੱਜ ਦੇ ਇਸ ਵੇਲੇ ਦੀ ਮਹਿਮਾਨ ਸ਼ਖਸੀਅਤ ਮਿਸਿਸ ਰੂਬੀਨਾ ਸਦੀਕ ਨੇ। ਤੁਸੀਂ ਸਰਬਰਾਹ ਸ਼ੋਭਾ ਤਾਰੀਖ ਦੇ ਰਾਵਲਪਿੰਡੀ ਵਿਮਨ ਯੂਨੀਵਰਸਿਟੀ ਵਿੱਚ, ਤੇ ਮੈਡਮ ਰੂਬੀਨਾ ਸਦੀਕ ਨਾਲ ਅਸੀਂ ਬੜੀ ਤਫਸੀਲਨ ਗੱਲ ਕੀਤੀ ਕਰਾਰਦਾਦੇ ਪਾਕਿਸਤਾਨ ਦੇ ਪਸੇ ਮੰਜ਼ਰ ਤੇ ਮੁਸਲਮਾਨਾਂ ਦੀ ਜ਼ਿੰਦਗੀ ਤੇ ਜਿਹੜੀ ਉਸ ਵਕਤ ਆਈ ਬਰੇ ਸਗੀਰ ਪਾਕੋ ਹਿੰਦ ਵਿੱਚ, ਤੇ ਇੱਕ ਆਜ਼ਾਦ ਅਲੱਹਦਾ ਵਤਨ ਤੇ ਅਸੀਂ ਗੱਲ ਕੀਤੀ ਕਿ ਕਿਉਂ ਜ਼ਰੂਰੀ ਹੋ ਗਿਆ ਆ। ਤੇ ਤੁਸੀਂ ਸਾਰੇ ਜਾਣਦੇ ਹੋ ਕਿ ਖਵਾਤੀਨ ਦਾ ਜਿਹੜਾ ਕਿਰਦਾਰ ਹੈ ਉਹ ਕਿਸੇ ਵੀ ਕੌਮ ਦੇ ਬਣਨ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਦਾ ਹਾਮਿਲ ਹੈ। ਤੇ ਤਹਿਰੀਕ ਪਾਕਿਸਤਾਨ ਜਾਂ ਪਾਕਿਸਤਾਨ ਦੀ ਜਿਹੜੀ ਤਾਰੀਖ ਸਾਡੇ ਕੋਲ ਮੌਜੂਦ ਹੈ ਉਸ ਵਿੱਚ ਅਸੀਂ ਇਹ ਵੇਖਦੇ ਹਾਂ ਕਿ ਖਵਾਤੀਨ ਜਿਹੜਾ ਉਹਨਾਂ ਮਰਦਾਂ ਨਾਲ ਅਮਲੀ ਤੌਰ ਤੇ ਸ਼ਾਨਾ ਬਸ਼ਾਨਾ ਆਪਣੀਆਂ ਖਿਦਮਾਤ ਦਿੱਤੀਆਂ, ਉਹਨਾਂ ਦਾ ਕਿਰਦਾਰ ਕਦੇ ਵੀ ਫਰਾਮੋਸ਼ ਨਹੀਂ ਕੀਤਾ ਜਾ ਸਕਦਾ। ਤੁਸੀਂ ਉਸਤਾਦ ਹੋ ਰੂਬੀਨਾ ਸਾਹਿਬਾ, ਮੈਂ ਤੁਹਾਡੇ ਕੋਲ ਪੁੱਛਾਂਗੀ ਕਿ ਤੁਸੀਂ ਇਸ ਕਿਰਦਾਰ ਨੂੰ ਕਿਸ ਹਵਾਲੇ ਨਾਲ ਵੇਖ ਰਹੇ ਹੋ, ਤੇ ਤੁਸੀਂ ਇਸ ਕਿਰਦਾਰ ਤੇ ਤਫਸੀਲਨ ਰੋਸ਼ਨੀ ਪਾਓ ਤਾਂ ਕਿ ਸਾਡੀ ਜਿਹੜੀ ਨੌਜਵਾਨ ਨਸਲ, ਸਾਡੀਆਂ ਜਿਹੜੀਆਂ ਖਵਾਤੀਨ ਸੁਣ ਰਹੀਆਂ ਉਹ ਇਸ ਤੋਂ ਉਹ ਵੀ ਇਸ ਮਤਲਬ ਉਹਨਾਂ ਦੀ ਵੀ ਇੱਕ ਗੱਲ ਬੜੀ ਅੱਛੀ ਗੱਲ ਹੋਏਗੀ ਕਿ ਤੁਸੀਂ ਇਸ ਨੂੰ ਦੱਸੋਗੇ ਨਾ। ਜੀ ਬਿਲਕੁਲ। ਅਗਰ ਅਸੀਂ ਆਪਣੇ ਇਸ ਖਿੱਤੇ ਦੀਆਂ ਮਾਵਾਂ ਭੈਣਾਂ ਦੀ ਗੱਲ ਕਰੀਏ, ਮਾਵਾਂ ਭੈਣਾਂ ਦੀ ਗੱਲ ਕਰੀਏ ਤੇ ਜਦੋਂ ਅਸੀਂ ਤਾਰੀਖ ਵਹਿੰਦੇ ਹਾਂ ਪਿੱਛੇ ਜਾ ਕੇ, ਤਾਰੀਖ ਦੇ ਵਰਕੇ ਪਰੋਲਦੇ ਹਾਂ, ਤੇ ਸਾਨੂੰ ਲੱਗਦਾ ਹੈ ਕਿ ਸਾਨੂੰ ਤੇ ਤਹਿਰੀਕ ਆਜ਼ਾਦੀ ਵਿੱਚ 1857 ਦੀ ਜੰਗ ਆਜ਼ਾਦੀ ਵਿੱਚ ਵੀ ਸਾਨੂੰ ਔਰਤਾਂ ਦਾ, ਮਾਵਾਂ ਭੈਣਾਂ ਦਾ ਕਿਰਦਾਰ ਇੱਕ ਪੂਰਾ ਨਜ਼ਰ ਆਉਂਦਾ ਹੈ। ਤੇ ਉਹਦੇ ਬਾਅਦ ਜਦੋਂ ਅਸੀਂ ਤਹਿਰੀਕ ਖਿਲਾਫਤ ਨੂੰ ਵਹਿੰਦੇ ਹਾਂ ਤੇ ਮੌਲਾਨਾ ਮੁਹੰਮਦ ਅਲੀ ਜੋਹਰ ਦੀ ਵਾਲਦਾ ਬੀ ਅੰਮਾ ਜਿਹੜੀਆਂ ਸਨ ਆਬਦੀ ਬਾਨੋ ਬੇਗਮ, ਉਹਨਾਂ ਦਾ ਬੜਾ ਅਹਿਮ ਰੋਲ ਹੈ ਕਿ ਉਹਨਾਂ ਨੇ ਆਪਣੇ ਇੱਕ ਤੇ ਸ਼ੇਰ ਜਿਹੜੇ ਉਹਨਾਂ ਦੇ ਸ਼ੇਰ ਜਵਾਨ ਸਨ, 2 ਪੁੱਤਰ ਸਨ, ਮੌਲਾਨਾ ਮੁਹੰਮਦ ਅਲੀ ਜੋਹਰ ਤੇ ਮੌਲਾਨਾ ਸ਼ੌਕਤ ਅਲੀ, ਉਹਨਾਂ ਨੇ ਤਰਬੀਅਤ ਕੀਤੀ ਤੇ ਉਹਨਾਂ ਨੂੰ ਉਹ ਤਰੀਕੇ ਪਾਕਿਸਤਾਨ ਦੇ ਰੂਏ ਰਵਾ ਸਨ। ਤੇ ਫਿਰ ਉਹਨਾਂ ਨੇ ਜਦੋਂ ਵੇਖਿਆ, ਉਹ ਆਪ ਵੀ ਮੈਦਾਨ ਅਮਲ ਵਿੱਚ ਆਏ ਉਸ ਜ਼ਮਾਨੇ 'ਚ, ਉਸ ਦੌਰ ਵਿੱਚ ਜਿਸ ਵੇਲੇ ਖਵਾਤੀਨ, ਆਮ ਖਵਾਤੀਨ ਦੇ ਬਾਰੇ 'ਚ ਇਹ ਤਸੱਵਰ ਨਹੀਂ ਕੀਤਾ ਜਾ ਸਕਦਾ ਸੀ ਕਿ ਉਹ ਸਿਆਸਤ ਵਿੱਚ ਆਵਣਗੀਆਂ ਤੇ ਇਸ ਤਰ੍ਹਾਂ ਆ ਕੇ ਆਪਣਾ ਹਿੱਸਾ ਪਾਣਗੀਆਂ। ਤੇ ਬੀ ਅੰਮਾ ਦਾ ਕਿਰਦਾਰ ਜਿਹੜਾ ਉਹ ਇਸ ਹਵਾਲੇ ਨਾਲ ਬੜੀ ਅਹਿਮੀਅਤ ਇਖਤਿਆਰ ਕਰ ਜਾਂਦਾ ਕਿ ਉਹ ਪਹਿਲੀ ਵਾਰੀ ਆਏ ਤੇ ਪਰਦੇ ਵਿੱਚ ਰਹਿ ਕੇ ਆਪਣੇ ਉਹਨਾਂ ਨੇ ਮੁਸਲਮਾਨਾਂ ਨੂੰ ਖਿਲਾਫਤ ਦੇ ਲਈ ਵੀ ਮੁxtਲਿਫ ਤਕਰੀਰਾਂ ਕੀਤੀਆਂ, ਜੋਸ਼ ਪੈਦਾ ਕੀਤਾ, ਰਹਿਨੁਮਾਈ ਕੀਤੀ। ਫਿਰ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਅਮਜਦੀ ਬਾਨੋ ਬੇਗਮ, ਮੌਲਾਨਾ ਮੁਹੰਮਦ ਅਲੀ ਜੋਹਰ ਦੀ ਜਿਹੜੇ ਸ਼ਰੀਕੇ ਹਯਾਤ ਸਨ, ਉਹਨਾਂ ਦਾ ਸਾਨੂੰ ਇੱਕ ਬੜਾ ਰੋਲ ਨਜ਼ਰ ਆਉਂਦਾ ਹੈ ਕਿ ਉਹਨਾਂ ਨੇ ਵੀ ਸਿਆਸੀ ਤੌਰ ਤੇ ਆਪਣਾ ਕਿਰਦਾਰ ਅਦਾ ਕੀਤਾ। ਇਹਨਾਂ ਖਵਾਤੀਨ ਦਾ ਸਾਰਿਆਂ ਤੋਂ ਵੱਡਾ ਜਿਹੜਾ ਸਾਨੂੰ ਨਜ਼ਰ ਆਉਂਦਾ ਹੈ ਕੰਮ, ਉਹ ਇਹ ਵੀ ਕਿ ਨਾ ਸਿਰਫ ਇਹ ਆਪ ਆਪਣਾ ਹਿੱਸਾ ਪਾਉਂਦੀਆਂ ਸਨ, ਬਲਕਿ ਇਹ ਬੂਹੇ ਜਾ ਕੇ ਇਹਨਾਂ ਨੇ ਇੱਕ ਤਰੀਕੇ ਪਾਕਿਸਤਾਨ ਲਈ ਸ਼ਊਰ ਪੈਦਾ ਕੀਤਾ ਲੋਕਾਂ ਵਿੱਚ ਕਿ ਹਰ ਘਰ ਜਾਣਾ, ਉਹਨਾਂ ਨੂੰ ਜਾ ਕੇ ਦੱਸਣਾ ਤੇ ਫਿਰ
ਕੋਲੋਂ ਵਹਿੰਦੀਆਂ ਸਨ ਕਿ ਇਹਨਾਂ ਦਾ ਨਾਂ ਸੀ। ਸ਼ੁਰੂ ਵਿੱਚ ਇਹਨਾਂ ਨੂੰ ਬੜੀ ਅਜੀਬ ਜਿਹੇ ਰਵੱਈਏ ਦੇ ਵੀ ਸਾਹਮਣਾ ਕਰਨਾ ਪਿਆ ਕਿ ਬਾਜ਼ ਲੋਕ ਬਾਜ਼ ਮਾਵਾਂ ਭੈਣਾਂ ਜਿਹੜੀਆਂ ਸਨ ਇਹਨਾਂ ਨੂੰ ਵੇਖ ਕੇ ਤੇ ਬੂਹੇ ਬੰਦ ਕਰ ਲੈਂਦੀਆਂ ਸਨ ਤੇ ਕਹਿੰਦੀਆਂ ਸਨ ਇਹ ਮੁਸਲਿਮ ਲੀਗ ਵਾਲੀਆਂ ਆ ਗਈਆਂ ਨੇ। ਪਰ ਉਹਨਾਂ ਨੇ ਹੌਸਲਾ ਨਹੀਂ ਹਾਰਿਆ। ਉਹਨਾਂ ਨੂੰ ਪਤਾ ਸੀ ਕਿ ਇਹ ਤਕਲੀਫਾਂ ਅਸੀਂ ਅੱਜ ਜਿਹੜੇ ਕੱਟ ਰਹੇ ਹਾਂ, ਕੱਲ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਇਹਦਾ ਫਾਇਦਾ ਹੋਏਗਾ। ਤੇ ਉਹਦੇ ਵਿੱਚ ਜਹਾਰਾ ਸ਼ਾਹ ਨਵਾਜ਼ ਦਾ ਨਾਂ ਹੈ, ਬੇਗਮ ਸ਼ਾਇਸਤਾ ਇਕਰਾਮੁੱਲਾ ਦਾ ਨਾਂ ਹੈ, ਬੇਗਮ ਸਲਮਾ ਤਸੱਦਕ ਹੁਸੈਨ ਦਾ ਨਾਮ ਹੈ ਤੇ ਸਾਰਿਆਂ ਤੋਂ ਵੱਧ ਕੇ ਸਾਡੀ ਆਪਣੀ ਮੁਹਤਰਮਾ ਫਾਤਮਾ ਜਿਨਾਹ ਦਾ ਨਾਮ ਹੈ ਕਿ ਉਹਨਾਂ ਨੇ ਕਾਇਦ ਆਜ਼ਮ ਜਦੋਂ ਵਾਪਸ ਆਏ ਨੇ ਇੰਗਲੈਂਡ ਤੋਂ ਤੇ ਉਹਨਾਂ ਨੇ ਆ ਕੇ ਮੁਸਲਿਮ ਲੀਗ ਦਾ ਜਦੋਂ ਉਹਨੂੰ ਦੁਬਾਰਾ ਤੋਂ ਉਹਨੂੰ ਆਰਗੇਨਾਈਜ਼ ਕੀਤਾ ਤੇ ਉਸ ਵਿੱਚ ਫਿਰ ਫਾਤਮਾ ਜਿਨਾਹ ਨੂੰ ਬੜਾ ਅਹਿਮ ਕਿਰਦਾਰ ਦਿੱਤਾ ਗਿਆ ਕਿ ਤੁਹਾਨੂੰ ਇਹ ਵੇ ਕਿ ਤੁਸੀਂ ਮਾਵਾਂ ਭੈਣਾਂ ਨੂੰ ਇਕੱਠਾ ਕਰਨਾ ਹੈ, ਮੁਸਲਿਮ ਲੀਗ ਦੇ ਪਰਚਮ ਤਲੇ ਲੈ ਕੇ ਆਣਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਔਰਤ ਦਾ ਜਿਹੜਾ ਕਿਰਦਾਰ ਹੈ ਘਰ ਵਿੱਚ ਅਗਰ ਇੱਕ ਮਾਂ ਭੈਣ ਜਿਹੜੀ ਹੈ ਉਹ ਇਸ ਨਜ਼ਰੀਏ ਤੇ ਆ ਜਾਂਦੀ ਹੈ ਤੇ ਇਹਨੂੰ ਅਪਣਾ ਲੈਂਦੀ ਹੈ ਤੇ ਸਮਝੋ ਪੂਰਾ ਦਾ ਪੂਰਾ ਟੱਬਰ ਜਿਹੜਾ ਉਹਦਾ ਫਿਰ ਉਹਦੇ ਨਾਲ ਲੱਗੇਗਾ ਤੇ ਉਹ ਤਰੀਕ ਵਿੱਚ ਆਪਣਾ ਹਿੱਸਾ ਪਾਵੇਗਾ। ਤੇ ਵੈਸੇ ਵੀ ਖਵਾਤੀਨ ਜਿਹੜੀਆਂ ਨੇ ਉਹਨਾਂ ਦਾ ਆਬਾਦੀ 'ਚ ਬਹੁਤ ਵੱਡਾ ਹਿੱਸਾ ਸੀ ਤੇ ਔਰ ਖਵਾਤੀਨ ਵਿੱਚ ਉਸਤਾਦ ਵੀ ਸ਼ਾਮਲ ਸਨ, ਉਹਨਾਂ ਵਿੱਚ ਡਾਕਟਰ ਵੀ ਸ਼ਾਮਲ ਸਨ, ਉਹਨਾਂ ਵਿੱਚ ਵਕੀਲ ਔਰਤਾਂ ਵੀ ਸ਼ਾਮਲ ਸਨ। ਤੇ ਇਹ ਫਾਤਮਾ ਜਿਨਾਹ ਦਾ ਬੜਾ ਇਸ ਜੋ ਮੈਂ ਕਹਿੰਦੀ ਹਾਂ ਕਿ ਵੱਡਾ ਵੇ ਉਹਨਾਂ ਦਾ ਹਿੱਸਾ ਕਿ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕੀਤਾ। ਮੁਸਲਿਮ ਲੀਗ ਦੀ ਇਹ ਹਾਲ ਸੀ ਕਿ ਕਾਇਦ ਆਜ਼ਮ ਮਸਰੂਫ ਹੁੰਦੇ ਸਨ, ਮੁਖਤਲਿਫ ਆਪਣੇ ਵਫਦ ਆਉਂਦੇ ਸਨ, ਮੁਲਾਕਾਤ ਕਰਦੇ ਸਨ, ਮੁਖਤਲਿਫ ਉਹਨਾਂ ਦੇ ਇਕੱਠ ਹੁੰਦੇ ਸਨ ਤੇ ਜਿਹੜੀਆਂ ਮਾਵਾਂ ਭੈਣਾਂ ਸਨ ਉਹ ਫਿਰ ਫਾਤਮਾ ਜਿਨਾਹ ਕੋਲ ਆ ਜਾਂਦੀਆਂ ਸਨ। ਉਹਨਾਂ ਕੋਲੋਂ ਪੁੱਛਦੀਆਂ ਸਨ ਕਿ ਇਹ ਜਿਹੜੀ ਪਾਲਿਸੀ ਦਿੱਤੀ ਹੈ, ਜਿਹੜੀ ਤਕਰੀਰ ਕੀਤੀ ਸੀ ਕੱਲ ਜਿਨਾਹ ਸਾਹਿਬ ਨੇ, ਇਹਦੇ 'ਚ ਕੀ ਦੱਸਿਆ ਗਿਆ, ਸਾਡੇ ਲਈ ਕੀ ਕੰਮ ਹੈ। ਮਤਲਬ ਇੰਨਾ ਜੋਸ਼ ਪੈਦਾ ਹੋ ਗਿਆ ਸੀ ਕਿ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਜਾਣਦੇ ਹੋਗੇ ਕਿ ਲਾਹੌਰ ਜਿਹੜਾ ਸੈਕਟਰੀਏਟ ਹੈ ਇੱਥੇ ਝੰਡਾ ਸੀ ਯੂਨੀਅਨ ਜੈਕ ਜਿਹੜਾ ਸੀ, ਸਾਡੀ ਭੈਣ ਸੀ ਜਿਹਨੇ ਉਹ ਗੇਟ ਫਲਾਂਗਿਆ ਉੱਤੇ ਗਈ ਤੇ ਉਹਨੇ ਉਹ ਝੰਡਾ ਲਾ ਕੇ ਤੇ ਉੱਤੇ ਆਲ ਇੰਡੀਆ ਮੁਸਲਿਮ ਲੀਗ ਦਾ ਪਰਚਮ ਲਾਇਆ। ਤੇ ਸਾਰਿਆਂ ਤੋਂ ਜਿਹੜੀ ਹੈਰਾਨਕੁਨ ਗੱਲ ਸੀ ਮੈਨੂੰ ਉਸ ਤੇ ਅਸੀਂ ਕਹਿੰਦੇ ਆ ਕਿ ਅੰਗਰੇਜ਼ ਜਿਹੜਾ ਗਵਰਨਰ ਸੀ ਉਹਦੀ ਮੈਂ ਇੱਕ ਡਾਇਰੀ ਰਿਪੋਰਟ ਵੇਖ ਰਹੀ ਸੀ ਕਿ ਉਹਨਾਂ ਨੇ ਲਿਖਿਆ ਕਿ ਸਾਡਾ ਜਿਹੜਾ ਸੂਬਾ ਸਰਹੱਦ ਸੀ ਜਿੱਥੇ ਤਸੱਵਰ ਵੀ ਨਹੀਂ ਕੀਤਾ ਜਾ ਸਕਦਾ ਕਿ ਖਵਾਤੀਨ ਅਜੇ ਤੱਕ ਤੁਸੀਂ ਵੇਖਦੇ ਹੋ ਕਿ ਉਹਨਾਂ ਦਾ ਇੱਕ ਖਾਸ ਆਪਣਾ ਸਮਾਜੀ ਤਰੀਕੇਕਾਰ ਰਹਿਣ ਸਹਿਣ ਦਾ, ਉਹਨਾਂ ਦੀਆਂ ਰਵਾਇਤ ਤੇ ਉਹਨਾਂ ਦੀਆਂ ਖਵਾਤੀਨ ਬਾਹਰ ਨਹੀਂ ਆਉਂਦੀਆਂ ਤੇ ਸਿਆਸਤ ਵਿੱਚ ਆਉਣਾ ਤੇ ਬੜੀ ਦੂਰ ਦੀ ਗੱਲ ਹੈ ਕਿ ਉਹਨਾਂ ਖਵਾਤੀਨ ਨੇ ਜੇਲ੍ਹ ਤੇ ਹਮਲਾ ਜੇਲ੍ਹ ਤੇ ਜਾ ਕੇ ਤੇ ਆਪਣੇ ਜਿਹੜੇ ਮੁਸਲਿਮ ਲੀਗੀ ਕਾਰਕਨ ਸਨ ਸੀੜੀਆਂ ਲਾ ਕੇ ਉੱਤੇ ਚੜ ਕੇ ਅੰਦਰੋਂ ਦਰਵਾਜ਼ੇ ਖੋਲੇ ਤੇ ਉਹਨਾਂ ਆਪਣੇ ਬੰਦੇ ਤੇ ਜਿਹੜੀਆਂ ਬੁੜੀਆਂ ਸਨ ਉਹ ਰਿਹਾ ਕਰਵਾ ਲੀਆਂ ਤੇ ਗਵਰਨਰ ਨੇ ਰਿਪੋਰਟ ਲਿਖੀ ਜਿਹੜੀ ਉਹਨਾਂ ਮਲਕਾ ਨੂੰ ਭੇਜੀ ਤੇ ਉਹਨਾਂ ਕਿਹਾ ਕਿ ਹੁਣ ਜਿਹੜਾ ਨਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਥੇ ਆਪਣਾ ਕੰਟਰੋਲ ਕਾਇਮ ਰੱਖ ਸਕਦੇ, ਇਹਨਾਂ ਦੀ ਤੇ ਮਾਵਾਂ ਭੈਣਾਂ ਜਾਗ ਗਈਆਂ ਨੇ। ਔਰ ਇਤਨਾ ਜਜ਼ਬਾ ਸੀ ਬੱਚਿਆਂ ਵਿੱਚ, ਇੰਨਾ ਜਜ਼ਬਾ ਸੀ ਕਿ ਬੱਚੀਆਂ ਆਪਣੇ ਜੇਬ ਖਰਚ ਚੋਂ ਪੈਸੇ ਇਕੱਠੇ ਕਰਕੇ ਕੁੜੀਆਂ ਜਿਹੜੀਆਂ ਸਨ ਉਹ ਜਾਂਦੀਆਂ ਸਨ ਬੱਸਾਂ ਤੇ ਬਹਿ ਕੇ ਮੁਖਤਲਿਫ ਤਰੀਕਿਆਂ ਨਾਲ ਦੂਰ ਦਰਾਜ਼ ਦੇ ਦਿਹਾਤਾਂ ਵਿੱਚ ਗਰਾਵਾਂ ਵਿੱਚ ਜਾਂਦੀਆਂ ਸਨ ਤੇ ਉੱਥੇ ਜਾ ਕੇ ਲੋਕਾਂ ਨੂੰ ਦੱਸਦੀਆਂ ਸਨ ਕਿ ਮੁਸਲਿਮ ਲੀਗ ਨੂੰ ਵੋਟ ਦੇਣ ਦਾ ਮਤਲਬ ਆਲ ਇੰਡੀਆ ਮੁਸਲਿਮ ਲੀਗ ਨੂੰ ਵੋਟ ਦੇਣ ਦਾ ਮਕਸਦ ਹੈ ਤੁਸੀਂ ਇੱਕ ਆਪਣੀ ਉਚੇਚੀ ਰਿਆਸਤ ਨੂੰ ਵੋਟ ਦੇ ਰਹੇ ਹੋ ਤੇ ਤੁਸੀਂ ਇਹ ਦਿਓ, ਇਹ ਕੰਮ ਕਰੋ। ਤੇ ਇਹ ਜਜ਼ਬਾ ਸਾਡੇ ਅੱਜ ਕੱਲ ਦੇ ਬੱਚਿਆਂ 'ਚ ਵੀ ਹੋਣਾ ਚਾਹੀਦਾ। ਹੁਣ ਇਸਤਕਾਮੇ ਪਾਕਿਸਤਾਨ ਲਈ ਹੋਣਾ ਚਾਹੀਦਾ ਹੈ ਕਿ ਜਿਹੜੀ ਨਿਮਤ ਸਾਨੂੰ ਹਾਸਿਲ ਹੈ ਅਸੀਂ ਇਹਨੂੰ ਕਾਇਮ ਰੱਖੀਏ ਤੇ ਇਹਨੂੰ ਮਜ਼ਬੂਤ ਕਰੀਏ ਤੇ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਉਹਦੇ 'ਚ ਆਪਣਾ ਉਹਨਾਂ ਦੀ ਮਜ਼ਬੂਤੀ ਸਾਡੇ ਆਪਣਾ ਹਿੱਸਾ ਪਾਈਏ। ਬਿਲਕੁਲ ਤੁਹਾਡੀ ਗੱਲ ਨੂੰ ਵੀ ਮੈਂ ਅੱਗੇ ਵਧਾਵਾਂਗੀ। ਮੈਂ ਇੱਕ ਦਫਾ ਜਗ੍ਹਾ ਤੇ ਪੜ੍ਹੀ ਸਾਂ ਕਿ ਫਾਤਮਾ ਜਿਨਾਹ ਜਿਹੜੇ ਸਨ ਉਹ ਡੈਂਟਲ ਸਰਜਨ ਸਨ ਤੋਂ ਆਪਣੀ ਪ੍ਰੈਕਟਿਸ ਕਰਦੇ ਸਨ ਤੇ ਜਿਲੇ ਇਹ ਸਾਰੀ ਤਹਿਰੀਕ ਸ਼ੁਰੂ ਹੋਈ ਤੇ ਉਹਨਾਂ ਉਹ ਵੀ ਕੰਮ ਥੋੜੇ ਮਤਲਬ ਖਤਮ ਕਰਕੇ ਤੇ ਸਾਰੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਵਕਫ ਕਰ ਦਿੱਤੀ ਤਹਿਰੀਕ ਪਾਕਿਸਤਾਨ ਤੇ ਇਸ ਮੁਲਕ ਤੇ ਇਸ ਆਜ਼ਾਦੀ ਤੇ ਤੇ ਅਸੀਂ ਖਰਾਜ ਤਹਿਸੀਨ ਪੇਸ਼ ਕਰਦੇ ਹਾਂ FM 99.4 ਦੇ ਇਸ ਪਲੇਟਫਾਰਮ ਤੋਂ ਉਹਨਾਂ ਸਾਰੀਆਂ ਖਵਾਤੀਨ ਨੂੰ ਵੀ ਜਿਨ੍ਹਾਂ ਤਹਿਰੀਕ ਪਾਕਿਸਤਾਨ ਵਿੱਚ ਆਪਣਾ ਕਿਰਦਾਰ ਅਦਾ ਕੀਤਾ ਔਰ ਇਹ ਆਜ਼ਾਦੀ ਦੀ ਜਿਹੜੀ ਨਿਮਤ ਹੈ ਇਹ ਸਾਡੀ ਝੋਲੀ 'ਚ ਪਾਈ ਕਿ ਅੱਜ ਦੀਆਂ ਔਰਤਾਂ ਇੱਥੇ ਆਜ਼ਾਦੀ ਨਾਲ ਆਪਣਾ ਇੱਕ ਆਜ਼ਾਦੀ ਦਾ ਸਾਹ ਲੈ ਸਕਣ ਔਰ ਮੁਖਤਲਿਫ ਜਿਹੜੇ ਸ਼ੋਬੇ ਜਿਹੜੇ ਪ੍ਰੋਫੈਸ਼ਨ ਹਨ ਉਹਨਾਂ ਵਿੱਚ ਆਪਣੀ ਖਿਦਮਤ ਅੰਜਾਮ ਦੇ ਸਕਣ
ਤੇ ਪਾਕਿਸਤਾਨ ਕਰਾਰਦਾਦੇ ਪਾਕਿਸਤਾਨ ਤੇ ਇਸ ਵਤਨ ਦੀ ਮਿੱਟੀ ਨਾਲ ਮੁਹੱਬਤ ਦੀ ਗੱਲ ਜਾਰੀ ਰਹੀ ਸੀ। ਜੀ ਮੁਸਰਤ ਜੀ, ਖਵਾਤੀਨ ਜਿਹੜੀਆਂ ਸਨ ਉਹਨਾਂ ਮੁxtਲਿਫ ਕਿਸਮ ਦੀਆਂ ਉਹਨਾਂ ਦੇ ਰਸਤਿਆਂ 'ਚ ਰੁਕਾਵਟਾਂ ਵੀ ਪਾਈਆਂ ਗਈਆਂ ਕਿ ਕਾਇਦ ਆਜ਼ਮ ਨੇ ਅਗਰ ਕਿਹਾ ਕਿ ਅਸਾਂ ਇੱਕ ਜਲਸਾ ਕਰਨਾ ਹੈ ਜਾਂ ਅਸਾਂ ਜਲੂਸ ਕੱਢਣਾ ਹੈ ਤੇ ਅੰਗਰੇਜ਼ ਆਂਦੇ ਸਨ ਤੇ ਬੱਸਾਂ 'ਚ ਭਰ ਕੇ ਉਹਨਾਂ ਨੂੰ ਮਤਲਬ ਕਈ 100 ਕਿਲੋਮੀਟਰ ਦੂਰ ਜਾ ਕੇ ਤੇ ਉਹਨਾਂ ਨੂੰ ਉੱਥੇ ਲਾ ਦਿੰਦੇ ਸਨ। ਨਾ ਉੱਥੇ ਕੋਈ ਗੱਡੀ ਤੇ ਨਾ ਟਾਂਗਾ ਤੇ ਨਾ ਕੋਈ ਹੋਰ ਚੀਜ਼, ਤੇ ਉਹ ਬੀਬੀਆਂ ਬੁੱਢੀਆਂ ਇੱਕ ਤੇ ਸ਼ੈਲਿੰਗ ਵੀ ਹੁੰਦੀ ਸੀ ਤੇ ਪੈਦਲ ਜਿਹੜੀਆਂ ਉਹ ਫਿਰ ਵਾਪਸ ਆਉਂਦੀਆਂ ਸਨ ਤੇ ਕਿੰਨੀਆਂ ਖਵਾਤੀਨ ਨੂੰ ਪਕੜ ਕੇ ਜੇਲ੍ਹ ਵਿੱਚ ਵੀ ਪਾਇਆ ਗਿਆ ਤੇ ਮੁxtਲਿਫ ਕਿਸਮ ਦੇ ਦਬਾਅ ਪਾਏ ਗਏ। ਜਿਸ ਤਰ੍ਹਾਂ ਬੇਗਮ ਸ਼ਾਇਸਤਾ ਇਕਰਾਮੁੱਲਾ ਸਨ, ਉਹਨਾਂ ਨੇ ਆਲ ਇੰਡੀਆ ਮੁਸਲਿਮ ਵੂਮਨ ਫੈਡਰੇਸ਼ਨ ਦੀ ਉਹਨਾਂ ਨੇ ਬੁਨਿਆਦ ਰੱਖੀ ਫਾਤਮਾ ਜਨਾਹ ਦੇ ਮਾਤਹਿਤ ਉਹਨਾਂ ਦੀ ਸੁਪਰਵਿਜ਼ਨ ਵਿੱਚ, ਤੇ ਉਹਨਾਂ ਨੂੰ ਇਹ ਪ੍ਰੈਸ਼ਰ ਵੇਖਣਾ ਪਿਆ ਕਿ ਹਾਲਾਂਕਿ ਉਹਨਾਂ ਦਾ ਤਲਕ ਇੱਕ ਸਿਆਸੀ ਘਰਾਣੇ ਨਾਲ ਸੀ ਪਰ ਉਹਨਾਂ ਦੇ ਜਿਹੜੇ ਖਾਵਨ ਸਨ ਉਹ ਬਿਊਰੋਕਰੇਟ ਸਨ, ਇੱਥੇ ਬਰਤਾਨਵੀ ਹਕੂਮਤ ਦੇ ਮੁਲਾਜ਼ਮਤ ਕਰਦੇ ਸਨ ਤੇ ਉਹਨਾਂ ਤੇ ਇਹ ਵੀ ਦਬਾਅ ਪਾਇਆ ਗਿਆ ਕਿ ਤੁਸੀਂ ਆਪਣੀ ਮਤਲਬ ਇਹਨਾਂ ਨੂੰ ਕਹੋ ਕਿ ਇਹ ਸਿਆਸਤ ਵਿੱਚ ਹਿੱਸਾ ਨਾ ਲਵਣ। ਤੇ ਬੇਗਮ ਸ਼ਾਇਸਤਾ ਇਕਰਾਮੁੱਲਾ ਬੜੇ ਬੋਲਡ ਸਨ ਤੇ ਉਹਨਾਂ ਨੇ ਕਿਹਾ ਉਹਨਾਂ ਦੀ ਆਪਣੀ ਨੌਕਰੀ ਹੈ ਤੇ ਮੈਂ ਆਪਣਾ ਕੰਮ ਕਰ ਰਹੀ ਹਾਂ ਤੇ ਮੈਂ ਤੇ ਆਪਣੇ ਮੁਲਕ ਲਈ ਕੰਮ ਕਰਨਾ ਹੀ ਕਰਨਾ ਤੇ ਮੈਨੂੰ ਕੋਈ ਨਹੀਂ ਰੋਕ ਸਕਦਾ। ਤੇ ਇਹ ਜਿਹੜਾ ਜਜ਼ਬਾ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਫਿਰ ਕਾਲਜਾਂ ਵਿੱਚ ਜਾਂਦੀਆਂ ਸਨ, ਕਾਲਜ ਵਿੱਚ ਜਾ ਕੇ ਤੇ ਬੱਚੀਆਂ ਜਿਹੜੀਆਂ ਸਨ ਇੱਕ ਜਗ੍ਹਾ ਤੇ ਮੈਂ ਪੜ੍ਹੀ ਸੀ ਕਿ ਉਹਨਾਂ ਰਾਣਾ ਲਿਆਕਤ ਅਲੀ ਖਾਨ ਨੂੰ ਆ ਕੇ ਸ਼ਿਕਾਇਤ ਕੀਤੀ ਕਿ ਜਿਹੜੇ ਹਿੰਦੂ ਬੱਚਿਆਂ ਨੇ ਉਹਨਾਂ ਦਾ ਕੋਈ ਆਪਣਾ ਆਜ਼ਾਦੀ ਦਾ ਦਿਨ ਸੀ, ਕੋਈ ਕਰਾਰਦਾਦ ਸੀ ਤੇ ਉਹਨਾਂ ਨੂੰ ਉਸ ਤੇ ਆਪਣੀ ਤਕਰੀਬ ਕਰਨ ਦੀ ਇਜਾਜ਼ਤ ਦਿੱਤੀ ਗਈ ਤੇ ਸਾਨੂੰ ਨਹੀਂ ਇਜਾਜ਼ਤ ਦਿੱਤੀ ਗਈ। ਬੱਚੇ ਸਮਝਦੇ ਸਨ ਤੇ ਇਹ ਇਹਨਾਂ ਔਰਤਾਂ ਦਾ, ਇਹਨਾਂ ਮਾਵਾਂ ਭੈਣਾਂ ਦਾ ਕਿਰਦਾਰ ਸੀ, ਬਤੌਰ ਉਸਤਾਦ ਵੀ ਇਹਨਾਂ ਦਾ ਕਿਰਦਾਰ ਸੀ ਕਿ ਉਸ ਵੇਲੇ ਵੀ ਜਦੋਂ ਅਜੇ ਪਾਕਿਸਤਾਨ ਨਹੀਂ ਵੀ ਬਣਿਆ ਸੀ ਤੇ ਜਿਹੜੇ ਤਾਲੀਮੀ ਇਦਾਰੇ ਸਨ ਉਹਨਾਂ ਵਿੱਚ ਵੀ ਆਪਣਾ ਰੋਲ ਅਦਾ ਕਰ ਰਹੀਆਂ ਸਨ ਤੇ ਬੱਚੀਆਂ ਵਿੱਚ ਇੰਨਾ ਸ਼ਊਰ ਪੈਦਾ ਹੋ ਗਿਆ ਸੀ ਕਿ ਬੱਚੀਆਂ ਆਪ ਆ ਕੇ ਜਿਹੜੀਆਂ ਸਨ ਇਹਨਾਂ ਨੂੰ ਇਹ ਦੱਸਦੀਆਂ ਸਨ ਕਿ ਸਾਡੇ ਨਾਲ ਇਹ ਜ਼ਿਆਦਤੀ ਹੋਈ ਹੈ, ਕਿ ਸਾਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਤੇ ਹਮਲਾਵਰ ਸੀ ਹੋ, ਮੁਸਲਮਾਨ ਤੇ ਗਾਜ਼ਬ ਹਨ, ਤੇ ਜਿਹੜੀਆਂ ਵੀ ਉਹ ਭੈੜੀਆਂ ਗੱਲਾਂ ਮੁਸਲਮਾਨਾਂ ਦੇ ਬਾਰੇ ਚ ਕਰਦੇ ਸਨ ਬੱਚੀਆਂ ਸਮਝਦੀਆਂ ਸਨ ਤੇ ਫਿਰ ਉਹ ਸਿਆਸੀ ਤੌਰ ਤੇ ਉਹਨਾਂ ਦਾ ਜਵਾਬ ਦੇਣ ਦੇ ਵੀ ਬੱਚੇ ਸਾਡੇ ਬੱਚੀਆਂ ਖਾਸ ਤੋਂ ਜਿਹੜੀਆਂ ਖਵਾਤੀਨ ਕਾਬਲ ਹੋਈਆਂ। ਤੇ ਇਹਨਾਂ ਵਿੱਚ ਇਹ ਜਿਹੜੀਆਂ ਸਾਡੀਆਂ ਮੰਨੀਆਂ ਪਰਮੰਨੀਆਂ ਜਿਹੜੇ ਸਾਡੀਆਂ ਖਵਾਤੀਨ ਰਹਿਨੁਮਾਨ, ਇਹਨਾਂ ਦਾ ਬਹੁਤ ਵੱਡਾ ਹਿੱਸਾ ਹੈ। बल्कि एक जड़ा जज्बा और एक जड़ा माहौल उस वक्त पैदा हो गया। उस वक्त एक करारदादे पाकिस्तान जरिए एक लफ्ज़ां दे मतन तो निकल गए, कैसे जज्बे बदल गई कि हर बच्चा बुढ़ा खवातीन जो भी मौजूद है वो सारे पाकिस्तान की नुमाइंदगी करे और वो ही पाकिस्तान आया। बिल्कुल ये नारा ये सी ना, लेके रहेंगे पाकिस्तान बन के रहेगा पाकिस्तान, बट के रहेगा हिंदुस्तान। ते ये फिर इन्हां दा वो तुसी बिल्कुल ठीक गल कीती कि ये फिर जज्बा ਜਿਹੜਾ ਸੀ ਨਾ ਇਹ ਲਹੂ ਸ਼ਾਮਿਲ, ਜਜ਼ਬੇ ਲਹੂ ਮੰਗਦੇ ਵੀ ਤੇ ਲਹੂ ਵਿੱਚ ਦੌੜਦੇ ਨੇ ਤੇ ਤਾਂ ਹੀ ਚਾਨਣ ਹੁੰਦਾ ਹੈ। ਜੀ ਜੀ, ਤੇ ਬਹੁਤ ਲਹੂ ਦਿੱਤਾ ਹੈ ਉਹਨਾਂ ਨੇ, ਬਹੁਤ ਕੁਰਬਾਨੀਆਂ ਦਿੱਤੀਆਂ ਨੇ ਤੇ ਅੱਲਾਹ ਪਾਕ ਉਹਨਾਂ ਦੀਆਂ ਇਹਨਾਂ ਕੁਰਬਾਨੀਆਂ ਨੂੰ ਕਬੂਲ ਕੀਤਾ ਤੇ ਸਾਨੂੰ ਇਹ ਸੋਹਣਾ ਦੇਸ਼ ਜਿਹੜਾ ਹੈ ਮਿਲਿਆ ਅਲਹਮਦੁਲਿਲਾ। ਤੇ FM 99.4 ਦੇ ਇਸ ਪ੍ਰੋਗਰਾਮ ਛਾਂ ਤੇ ਇਸ ਪੂਰੀ ਟੀਮ ਦੀ ਤਰਫੋਂ ਵੀ ਅਸੀਂ ਉਹਨਾਂ ਸਾਰਿਆਂ ਲੋਕਾਂ ਜਿਨ੍ਹਾਂ ਇਸ ਵਤਨ ਦੀ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਜਿਸ ਵੀ ਮਹਾਜ਼ ਤੇ ਆਪਣੀ ਕੁਰਬਾਨੀ ਦਿੱਤੀ, ਖਾਓ ਤਾਲੀਮੀ ਆਈ, ਖਾਓ ਮੁਆਸ਼ੀ ਆਈ, ਖਾਓ ਸਿਆਸੀ ਆਈ, ਖਵਾਤੀਨ ਬੱਚਿਆਂ ਬੁੱਢਿਆਂ, ਅਸੀਂ ਸਾਰਿਆਂ ਨੂੰ ਖਰਾਜ ਤਹਿਸੀਨ ਪੇਸ਼ ਕਰਦੇ ਹਾਂ। इस वतन नाल मुहब्बत की गल जारी रसी इस प्रोग्राम के अंदर, तो उस तो इलावा भी असी यही चाहते हैं कि मुल्क तरक्की करे और हमेशा कायम दायम रहे। और सुनते हैं एक होर खूबसूरत मिली नगमा ते मुड़ के इस वेड़े वापस आने। FM 99.4 दे इस वेड़े की छां लैके मैं मुसरत फातिमा दोबारा तुहाडे कोल हाजिर हाँ ते मैं तुहानू सारे सुनने वालियां नूं भी दोबारा जी आयां नूं आखदी हाँ। साड़ी अज दी इस खसूसी नशरियात दी मेहमान शख्सियत मिसिज रुबीना सिद्दीकन, जेड़े उस्ताद भी ते सरबराह शोबा तारीख रावलपिंडी विमेन यूनिवर्सिटी विच। ते साडा ये प्रोग्राम रावलपिंडी इस्लामाबाद दे आले दुआले सुनिया जा रहा। शफीक साहब इस्लामाबाद तो साडे नाल इस प्रोग्राम में शामिल होए, नादिया कौसर अटक तो ये प्रोग्राम सुन रही हैं, मंजूर हुसैन मिसरियाल रोड तो साडा ये प्रोग्राम सुन रहे, नजफ अली आफरीन इस्लामाबाद तो शामिल होए, काशिफ साडे नाल रावलपिंडी तो ये प्रोग्राम सुन रहे हैं, तुहाडा सब दा बहुत शुक्रिया। कदीर भट्टी, सरदार अयाज, रोहेल अब्बासी, मकबूल खान ये भी साडे नाल इस्लामाबाद दे विच ये प्रोग्राम सुन रहे हैं, तस्लीम राजा भी इस प्रोग्राम में साडे नाल शामिल हैं। तुसी पाकिस्तान दा ये खसूसी नशरियात जिहड़ी योम पाकिस्तान दे हवाले नाल है, तुसी सारे सुनने वाले इसका हिस्सा बने, तुसी सुनिया इस वतन दी मुहब्बत, इहदी जितने भी मुहब्बतां दे रंग हैं असी इत्थे डिस्कस कीते।
ਗੱਲਾਂ ਬਾਤਾਂ ਹੋਈਆਂ ਤੇ ਤੁਸੀਂ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਰਹੋ ਤੇ ਆਓ ਸੁਣਦੇ ਹਾਂ ਇੱਕ ਹੋਰ ਖੂਬਸੂਰਤ ਮਿਲੀ ਨਗਮਾ ਤੇ ਮੁੜ ਕੇ ਇਸ ਵੇਲੇ 'ਚ ਵਾਪਸ ਆਉਂਦੇ। उम्र भर तुझ पे खुदा अपनी अनायत रखे, तेरी जुर्रत तेरी असमत को सलामत रखे, अपनी जान नज़र करूं अपनी वफा पेश करूं। FM 99.4 ਦੇ ਇਸ ਵੇਲੇ ਯੌਮ ਪਾਕਿਸਤਾਨ ਦੀ ਖਸੂਸੀ ਨਸ਼ਰਿਆਤ ਚੱਲ ਰਹੀ ਹੈ ਤੇ ਸਾਡੇ ਨਾਲ ਅੱਜ ਦੀ ਮਹਿਮਾਨ ਸ਼ਖਸੀਅਤ ਮਿਸਿਸ ਰੂਬੀਨਾ ਸਦੀਕ, ਸਰਬਰਾਹ ਸ਼ੋਬਾ ਤਾਰੀਖ ਰਾਵਲਪਿੰਡੀ ਵਿਮਨ ਯੂਨੀਵਰਸਿਟੀ ਮੌਜੂਦ ਨੇ ਤੇ ਮੈਂ ਚਾਹਾਂਗੀ ਕਿ ਤੁਸੀਂ ਇਸ ਸਾਰੇ ਜਿਤਨਾ ਵੀ ਇਹ ਸਾਡੀ ਬਹਿਸ ਹੋਈ, ਜਿਤਨੀ ਵੀ ਡਿਸਕਸ਼ਨ ਹੋਈ ਤੇ ਜਿਹੜਾ ਤੁਹਾਡਾ ਸਬਜੈਕਟ ਹੈ, ਤੁਸੀਂ ਉਸਤਾਦ ਹੋ, ਉਸ ਹਵਾਲੇ ਨਾਲ ਤੁਸੀਂ ਆਪਣਾ ਪੈਗਾਮ ਦਿਓ ਜਿਹੜਾ ਨੌਜਵਾਨ ਨਸਲ ਤੱਕ ਜਾਏ। ਜੀ ਬਹੁਤ ਸ਼ੁਕਰੀਆ ਮੁਸਰਤ ਜੀ। ਨੌਜਵਾਨਾਂ ਲਈ ਇਹੀ ਹੈ, ਆਪਣੇ ਬੱਚਿਆਂ ਲਈ ਕਿ ਸਾਰਾ ਜਿਹੜਾ ਜ਼ਿਕਰ ਹੋਇਆ ਇਸ ਤੋਂ ਪਹਿਲੇ ਕਿ ਬੜੀਆਂ ਕੁਰਬਾਨੀਆਂ ਦੇ ਬਾਅਦ ਸਾਨੂੰ ਇਹ ਵਤਨ ਹਾਸਲ ਹੋਇਆ ਹੈ, ਬੜੀਆਂ ਸ਼ਹਾਦਤਾਂ ਦਿੱਤੀਆਂ ਗਈਆਂ। ਉਸ ਤੋਂ ਇਲਾਵਾ ਵੀ ਹਰ ਕਿਸਮ ਦੀ ਕੁਰਬਾਨੀ, ਜਾਨੀ ਮਾਲੀ ਇੱਜ਼ਤਾਂ ਦੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਤੇ ਸਾਡਾ ਮਾਣ ਹੈ ਇਹ ਮੁਲਕ ਤੇ ਇਹਦੀ ਕਦਰ ਜਿਹੜੀ ਹੈ ਉਹ ਸਾਡਾ। ਦੂਜੀ ਇੱਕ ਗੱਲ ਹੈ ਕਿ ਸਾਡਾ ਨੌਜਵਾਨ ਤਬਕਾ ਇਸ ਵੇਲੇ ਸਾਡੀ ਆਬਾਦੀ ਦਾ ਇੱਕ ਬੜਾ ਵੱਡਾ ਹਿੱਸਾ ਹੈ ਤੇ ਨੌਜਵਾਨ ਜਿਹੜੇ ਨੇ ਇਹ ਰੀੜ੍ਹ ਦੀ ਹੱਡੀ ਦੀ ਹਸੀਅਤ ਰੱਖਦੇ ਨੇ, ਇਹਨਾਂ ਨੇ ਲੈ ਕੇ ਚੱਲਣਾ ਅੱਗੇ, ਇਹੀ ਸਾਡਾ ਮੁਸਤਕਬਲ ਹੈ ਤੇ ਇਹਨਾਂ ਨੂੰ ਆਪਣੇ ਦਿਲ ਵਿੱਚ ਇਸ ਵਤਨ ਦੀ ਮੁਹੱਬਤ ਦੀ ਜਿਹੜੀ ਸ਼ਮਾ ਹੈ ਉਹ ਰੋਸ਼ਨ ਰੱਖਣੀ ਚਾਹੀਦੀ ਹੈ ਕਿ ਤਾਂ ਹੀ ਉਹ ਅੱਗੇ ਚਾਨਣ ਕਰ ਸਕਦੇ ਨੇ। ਤੇ ਹਾਲਾਤ ਕਿਸੇ ਵੀ ਕਿਸਮ ਦੇ ਹੋਣ, ਪਾਕਿਸਤਾਨ ਇਹਨਾਂ ਪਿਛਲੀਆਂ 75 ਸਾਲਾਂ ਵਿੱਚ ਬਹੁਤ ਮਜ਼ਬੂਤ ਬਣ ਕੇ ਉਭਰਿਆ। ਬੜੇ ਵੱਡੇ ਚੈਲੰਜਸ ਇਹਨਾਂ ਨੂੰ ਵੇਖਣੇ ਪਏ, ਲੇਕਿਨ ਇਹ ਕੌਮ ਇਕੱਠੀ ਹੋ ਗਈ। ਉਸ ਵਿੱਚ 2005 ਦਾ ਜ਼ਲਜ਼ਲਾ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਸਾਡੀ ਕੌਮ ਨੇ ਇਕੱਠ ਕੀਤਾ, 65 ਦੀ ਜੰਗ ਤੁਸੀਂ ਕਹਿ ਸਕਦੇ ਹੋ ਕਿ ਕਿਸ ਤਰ੍ਹਾਂ ਫੌਜ ਨੇ ਤੇ ਲੜੀ ਸਾਰੀ ਕੌਮ ਨੇ ਮਿਲ ਕੇ ਲੜੀ ਤੇ ਉਸ ਤੋਂ ਬਾਅਦ ਤੁਸੀਂ ਵੇਖਦੇ ਹੋ ਪਾਕਿਸਤਾਨ ਦੁਨੀਆ ਦਾ ਵਾਹਿਦ ਇਸਲਾਮੀ ਮੁਲਕ ਹੈ ਜਿਹਦੇ ਕੋਲ ਐਟਮੀ ਤਾਕਤ ਵੀ ਹੈ ਤੇ ਕੌਮਾਂ ਤੇ ਮੁਸ਼ਕਿਲ ਵੇਲੇ ਵੀ ਆਉਂਦੇ ਨੇ ਤੇ ਖੁਸ਼ੀਆਂ ਦੇ ਵੇਲੇ ਵੀ ਆਉਂਦੇ ਨੇ ਤੇ ਜਿੰਨੀ ਉਹਦੇ ਨੌਜਵਾਨ ਤਬਕੇ ਦੀ ਹਿੰਮਤ ਹੋਏਗੀ, ਉਹਦੀ ਜੁਰਤ ਹੋਏਗੀ, ਉਹਦੀ ਤਾਲੀਮ ਹੋਏਗੀ, ਉਹਦੀ ਵਤਨ ਦੀ ਮੁਹੱਬਤ ਉਹਦੇ ਅੰਦਰ ਹੋਏਗੀ ਤੇ ਉਹਨਾਂ ਹੀ ਉਹ ਆਪਣੇ ਮੁਲਕ ਨੂੰ ਬਿਹਤਰ ਸਿਮਤ ਤੇ ਲੈ ਕੇ ਚੱਲਣਗੇ। ਤੇ ਮੇਰਾ ਇਹ ਪੈਗਾਮ ਹੈ ਕਿ ਤੁਸੀਂ ਆਪਣੇ ਮੁਲਕ ਨੂੰ ਜਿਸ ਇਦਾਰੇ 'ਚ ਵੀ ਤੁਸੀਂ ਕੰਮ ਕਰਦੇ ਹੋ, ਜਿਸ ਪੋਜੀਸ਼ਨ ਤੇ ਵੀ ਤੁਸੀਂ ਬੈਠੇ ਹੋਏ ਹੋ, ਤੁਸੀਂ ਇਸ ਮੁਲਕ ਨੂੰ ਔਨ ਕਰੋ, ਆਪਣਾ ਸਮਝੋ। ਜਿਸ ਤਰ੍ਹਾਂ ਤੁਸੀਂ ਘਰ ਦੀਆਂ ਚੀਜ਼ਾਂ, ਇਹ ਮੈਂ ਕੋਈ ਲਫਾਜ਼ੀ ਨਹੀਂ ਕਰ ਰਹੀ, ਮੈਂ ਆਪਣੇ ਦਿਲ ਦੀ ਗੱਲ ਕਰ ਰਹੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਘਰ ਦੀਆਂ ਚੀਜ਼ਾਂ ਨੂੰ ਆਪਣਾ ਸਮਝ ਕੇ ਇਸਤੇਮਾਲ ਕਰਦੇ ਹੋ ਕਿ ਇਹਨਾਂ ਨੂੰ ਜ਼ਾਇਆ ਨਹੀਂ ਕਰਨਾ, ਇਹਨਾਂ ਨੂੰ ਖਰਾਬ ਨਹੀਂ ਕਰਨਾ ਹੈ ਤੇ ਇਹਦਾ ਤੇ ਸਾਡਾ ਪੈਸਾ ਲੱਗਾ। ਇਸੇ ਤਰ੍ਹਾਂ ਇਸ ਮੁਲਕ ਵਿੱਚ ਤੇ ਇਹਦੀਆਂ ਜੜ੍ਹਾਂ ਵਿੱਚ ਤੇ ਸਾਡੇ ਵੱਡਿਆਂ ਨੇ ਆਪਣਾ ਖੂਨ ਪਾਇਆ ਹੈ। ਅਸੀਂ ਸੁਣਦੇ ਸੀ ਕਿ ਕਿਸੇ ਦਰਖਤ ਦੀ ਜੜ ਵਿੱਚ ਅਗਰ ਕਿਸੇ ਜਾਨਵਰ ਦੀ ਕੁਰਬਾਨੀ ਦਿੱਤੀ ਜਾਵੇ ਤੇ ਉਹਦਾ ਖੂਨ ਲੱਗਦਾ ਹੈ ਤੇ ਉਹ ਦਰਖਤ ਫਲਦਾ ਫੁੱਲਦਾ ਹੈ। ਤੇ ਸਾਡਾ ਜਿਹੜੀ ਇਹ ਧਰਤੀ ਮਾਂ ਹੈ, ਇਹਦੇ ਬਣਨ ਵੇਲੇ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਤੇ ਕੀ ਉਹ ਸ਼ਹੀਦ ਅੱਲਾਹ ਕੋਲੋਂ ਸਵਾਲ ਨਹੀਂ ਕਰਦੇ ਹੋਣਗੇ ਕਿ ਕਿਸ ਲਈ ਅਸੀਂ ਨਕਦ ਜਾਂ ਨਜ਼ਰ ਕਰ ਆਏ ਸੀ? ਇਸ ਲਈ ਨਜ਼ਰ ਕਰ ਆਏ ਸੀ ਕਿ ਤੁਸੀਂ ਮਾਯੂਸ ਹੋ ਜਾਵੋ? ਨਹੀਂ, ਤੁਸੀਂ ਮਾਯੂਸ ਨਹੀਂ ਹੋਣਾ, ਤੁਸੀਂ ਇਹ ਸ਼ਮਾ ਅੱਗੇ ਲੈ ਕੇ ਚੱਲਣੀ ਹੈ। ਆਪਣੀਆਂ ਜਿਹੜੀਆਂ ਬਿਹਤਰੀਨ ਸਲਾਹੀਅਤਾਂ ਉਹਨਾਂ ਨੂੰ ਸਾਹਮਣੇ ਲਿਆਓ, ਲੇਕਿਨ ਇਹ ਗੱਲ ਹਮੇਸ਼ਾ ਰੱਖੋ ਕਿ ਇਹ ਧਰਤੀ ਹੈ ਤੇ ਤੁਸੀਂ ਹੈ ਉਹ। ਤੁਸੀਂ ਬਾਹਰ ਦੇ ਮੁਲਕ ਵਿੱਚ ਵੀ ਜਾ ਕੇ ਵੇਖ ਲਵੋ, ਕਿਸੇ ਵੀ ਮੁਲਕ ਵਿੱਚ ਜਾ ਕੇ ਵੇਖ ਲਵੋ ਤੇ ਤੁਸੀਂ ਜਿਹੜਾ ਵੇਖੋਗੇ ਕਿ ਵਾਪਸ ਆਪਣੇ ਘਰ ਦੀ ਯਾਦ ਆਉਂਦੀ ਹੈ। ਤੇ ਜਿਹੜਾ ਛੱਤ ਇਹ ਸਾਡਾ ਇਹ ਬਹੁਤ ਕੀਮਤੀ ਹੈ ਤੇ ਇਹਨੂੰ ਅਪਣਾਓ, ਇਹਦੇ ਨਾਲ ਮੁਹੱਬਤ ਕਰੋ ਤੇ ਆਪਣੀ ਮੁਹੱਬਤ ਦਾ ਅਮਲੀ ਸਬੂਤ ਇਹ ਦਿਓ ਕਿ ਜਿਸ ਸ਼ੋਬੇ 'ਚ ਵੀ ਤੁਸੀਂ ਕੰਮ ਕਰ ਰਹੇ ਹੋ ਉਹਦੇ ਵਿੱਚ ਆਪਣੀ ਬਿਹਤਰੀਨ ਪਰਫਾਰਮੈਂਸ ਦਿਓ। ਤੇ ਇਹਨੂੰ ਮੈਂ ਆਖਰ ਵਿੱਚ ਇਹ ਕਹਾਂਗੀ ਕਿ ਆਪਣਾ ਵਤਨ ਅਪਣਾਈਏ। ਬੇਸ਼ੱਕ। ਬਹੁਤ ਸ਼ੁਕਰੀਆ ਰੂਬੀਨਾ ਸਦੀਕ ਸਾਹਿਬਾ ਤੇ ਆਲੀਆ ਖਿਜ਼ਰ ਸਿੰਧੂ ਸਾਹਿਬਾ, ਤੁਸੀਂ ਸਾਡੇ ਨਾਲ ਮੌਜੂਦ ਰਹੇ। ਤੁਸੀਂ ਆਪਣੀਆਂ ਇਤਨੇ ਖੂਬਸੂਰਤ ਜਿਹੜੀ ਤੁਹਾਡੀ ਸੋਚ ਹੈ, ਜਿਤਨੀਆਂ ਵੀ ਖੂਬਸੂਰਤੀਆਂ ਤੁਸੀਂ ਸਾਡੇ ਨਾਲ ਇੱਥੇ ਤੁਸੀਂ ਸਾਂਝ ਪਾਈ ਸਾਡੇ ਨਾਲ, ਤੇ ਇਹ ਵਤਨ ਸਲਾਮਤ ਹੈ ਤੇ ਅਸੀਂ ਸਲਾਮਤ ਹਾਂ। ਇਹ ਛੱਤ ਤੁਸੀਂ ਕਿਹਾ ਕਿ ਸਲਾਮਤ ਹੈ ਔਰ ਇਹ ਆਪਣੀ ਹੈ, ਔਰ ਜੋ ਜਿਹੜੀ ਆਪਣੀ ਚੀਜ਼ ਹੈ ਸਾਨੂੰ ਇਸ ਦੀ ਹਿਫਾਜ਼ਤ ਕਰਨੀ ਹੈ ਤੇ ਸਾਨੂੰ ਮਿਲ ਕੇ ਇਸ ਦੀ ਮਿੱਟੀ ਦੀ ਜ਼ਰਖੇਜ਼ੀ ਲਈ, ਇਸ ਦੇ ਅੱਗੇ ਜਾਣ ਲਈ ਸਾਨੂੰ ਕੰਮ ਕਰਨਾ। ਮੈਂ ਇੱਕ ਵਾਰੀ ਫਿਰ
ਫਿਰ ਮੁਸਰਤ ਜੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਖਾਸ ਤੌਰ ਤੇ FM ਪੰਜਾਬ ਰੰਗ ਦਾ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਾਂਗੀ ਕਿ ਅੱਜ ਇਸ ਖਾਸ ਦਿਹਾੜੇ ਤੇ ਤੁਸੀਂ ਮੈਨੂੰ ਸੱਦਿਆ ਤੁਹਾਡਾ ਵੀ ਤੇ ਬਹੁਤ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਤੁਹਾਡੇ ਸਾਹਮਣੇ ਨਾਲ ਆਪਣੇ ਖਿਆਲਾਤ ਦਾ ਇਜ਼ਹਾਰ ਕਰਾਂ ਤੇ ਤੁਹਾਡਾ ਇਹ ਪ੍ਰੋਗਰਾਮ ਤੇ FM ਪੰਜਾਬ ਰੰਗ ਜਿਹੜਾ ਹੈ ਵਸਦਾ ਬਸਦਾ ਰਵੇ ਤੁਹਾਡਾ ਇਹ ਬੇੜਾ ਤੇ ਰੱਬ ਨੂੰ ਆਬਾਦ ਰੱਖੇ। ਆਮੀਨ। ਬਹੁਤ ਸ਼ੁਕਰੀਆ ਤੁਹਾਡਾ। ਤੇ ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਵੀ ਦੱਸਦੀ ਚੱਲਾਂ ਕਿ ਪਾਕਿਸਤਾਨ ਦੀ ਇਹ ਨਿਮਤ ਮੌਜੂਦ ਹੈ ਸਾਡੇ ਕੋਲ ਤੇ ਸਾਡੀ ਜ਼ਿੰਦਗੀ ਇਹ ਰੰਗ ਇਹ ਖੁਸ਼ੀਆਂ ਇਹ ਖੂਬਸੂਰਤ ਸਮਾਂ ਜਿਹੜੇ ਅਸੀਂ ਆਜ਼ਾਦੀ ਦੀ ਸਵੇਰ ਵਿੱਚ ਲੈ ਰਹੇ ਹਾਂ ਕਿ ਸਿਰਫ ਪਾਕਿਸਤਾਨ ਦੇ ਹੋਣ ਨਾਲ ਹੀ ਮੌਜੂਦ ਹਨ। ਤੇ ਤੁਸੀਂ FM 99.4 ਦੀ ਖੁਸੂਸੀ ਨਸ਼ਰਿਆਤ ਸੁਣ ਰਹੇ ਆਇਓ। ਮੈਂ ਹੁਣ ਇਜਾਜ਼ਤ ਚਾਹਾਂਗੀ ਤੇ ਅਗਲੀ ਜੁਮੇਰਾਤ ਨੂੰ ਫਿਰ ਇਨਸ਼ਾਅੱਲਾ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਤਬ ਤੱਕ ਰੱਬ ਰਾਖਾ।